कदे शगना नाल ब्याही होवेगी, सिर ते जेड़ी पत्थर चुक्की फिरती है। रमनदीप दा परिवार ही सियासत ने जाड़े ते कदे किसी रिश्तेदार ने रमनदीप नूं आई नहीं सी कहा भी 2 दिन बच्चों नूं छुट्टियां तो साडे कोले आ जा। उन्हां बच्चों दा की कसूर है ਜਿਹੜੇ ਮੈਨੂੰ ਮਾਂ ਸਮਝਦੇ ਬਾਪ ਸਮਝਦੇ ਆ। ਈਵਨ ਕਿ ਮੇਰੇ ਬੱਚਿਆਂ ਦੀ ਥਿਊਰੀ ਇਹ ਹੋ ਗਈ ਸਵੇਰ ਉਹ ਮੈਨੂੰ ਮੰਮੀ ਕਹਿੰਦੇ ਆ ਸ਼ਾਮ ਨੂੰ ਮੈਨੂੰ ਪਾਪਾ। ਹੁਣ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਮੇਰੀ ਪਰਸਨਲ ਆਈਡੀ ਤੇ ਆਈਟੀ ਵਿੰਗ ਵੱਲੋਂ ਫੇਕ ਆਈਡੀਆਂ ਬਣਵਾ ਕੇ ਮੈਨੂੰ ਕਮੈਂਟ ਕਰਾਏ ਗਏ। ਕੀ ਗੱਲ ਮੈਂ ਉਹਦੀ ਜ਼ਮੀਨ ਦਾ ਹਿੱਸਾ ਵੰਡਾ ਕੇ ਲਿਆਈ। ਰਾਮ ਰਹੀਮ ਦੇ ਜਿਹੜੇ ਫਿਲਮ ਦੇ ਪੋਸਟਰ ਸੀ ਉਹਨਾਂ ਦੇ ਉੱਤੇ ਤਾਂ ਇਹਨਾਂ ਵੱਲੋਂ ਪ੍ਰਸ਼ਾਸਨ ਅਧਿਕਾਰੀ ਲਾਏ ਗਏ, ਪੁਲਿਸ ਪ੍ਰਸ਼ਾਸਨ ਲਾਇਆ ਗਿਆ, ਕਮਾਂਡੋ ਲਾਈ ਗਈ, ਇੱਕ ਬੋਰਡ ਤੇ 10-10 ਜਾਣੇ ਲਾਏ ਗਏ ਇਹਨਾਂ ਵੱਲੋਂ। ਉਹ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਆ ਜਿਹਦੇ ਤੋਂ ਅਸੀਂ ਸੇਧ ਲੈ ਕੇ ਤੁਰਨਾ, ਜਿਹਦੀ ਸਤਰ ਛਾਇਆ ਹੇਠ ਅਸੀਂ ਪਰ ਰਹੇ ਹਾਂ, ਉਹਨੂੰ ਤੁਸੀਂ ਗਲੀਆਂ 'ਚ ਰੋਲਤਾ। ਮਹਾਰਾਜ ਦੇ ਵਿੱਚ ਮੈਂ ਗਈ, 500 ਤੋਂ 700 ਦੇ ਕਰੀਬ ਬੰਦੇ ਆ ਜਿਹੜੇ ਉੱਥੇ ਨਸ਼ਾ ਸੇਲ ਕਰਦੇ, ਜਿਹੜਾ ਜੱਦੀ ਪਿੰਡ ਆ ਕੈਪਟਨ ਸਾਹਿਬ ਦਾ। 2500 ਦੇ ਕਰੀਬ ਨੌਜਵਾਨ ਆ ਜਿਹੜੇ ਡਰੱਗ ਅਫੈਕਟਡ ਆ ਉੱਥੇ। ਜਿਹੜਾ ਆਪਦਾ ਪਿੰਡ ਨਹੀਂ ਸੁਧਾਰ ਸਕਿਆ ਉਹ ਪੂਰਾ ਪੰਜਾਬ ਕਿੱਥੋਂ ਸੁਧਾਰ। ਜੇ ਇਹ ਸੋਚਦੇ ਹੋ ਕਿ ਬਗਾਨੇ ਘਰ ਵਿੱਚ ਅੱਗ ਲੱਗੀ ਹੈ ਤਾਂ ਉਸ ਦੀ ਚਿੰਗਾਰੀ ਤੁਹਾਡੇ ਘਰ ਵੀ ਡਿੱਗ ਸਕਦੀ ਹੈ। ਵੀ ਤੁਸੀਂ ਏਡੇ ਦਲੇਰ ਮਰਦ ਸੀ ਤੇ ਤੁਸੀਂ ਇੱਕ ਜਨਾਨੀ ਦੇ ਪਿੱਠ ਪਿੱਛੇ ਵਾਰ ਕੀਤਾ, ਤੁਸੀਂ ਨਸ਼ਾ ਕਿਉਂ ਨਹੀਂ ਬੰਦ ਕਰਾਉਂਦੇ? ਕਿਉਂ ਨਹੀਂ ਤੁਸੀਂ ਮਰਦ ਰੋਕਦੇ? ਸਾਡੀ ਫੌਜ ਕੀ ਕਰ ਰਹੀ ਆ? ਸੈਂਟਰ ਗੌਰਮੈਂਟ ਨੇ ਜਿਹੜੀ ਸਾਡੀ ਇੰਨੀ ਫੌਜ ਤੈਨਾਤ ਕੀਤੀ, ਨੌਜਵਾਨ ਤੈਨਾਤ ਕੀਤੇ ਆ, ਫਿਰ ਉਹ ਇੱਕ ਚਿੱਟਾ ਦਾ ਬਾਰਡਰ ਪਾਰ ਤੋਂ ਰੋਕ ਨਹੀਂ ਸਕਦੇ, ਫਿਰ ਉਹ ਦੁਸ਼ਮਣਾਂ ਨੂੰ ਕਿਵੇਂ ਰੋਕਣਗੇ? ਤੁਹਾਡੇ ਕਮੈਂਟਾਂ ਦੇ ਵਿੱਚ ਲੋਕ ਕਹਿਣਗੇ ਬੀਬਾ ਨੂੰ ਬੜਾ ਪਤਾ, ਸ਼ਾਇਦ ਇਹ ਲਾਉਂਦੀ ਰਹੀ ਹੋਣੀ। ਪਰ ਮੈਂ ਇੱਥੇ ਉਹਨਾਂ ਲੋਕਾਂ ਨੂੰ ਦੱਸਦਾ ਵੀ DMLT BSc ਆ। ਘਰੋਂ ਇੱਕ ਦਿਨ ਦਾ ਕਹਿ ਕੇ 26 ਦਿਨਾਂ ਬਾਅਦ ਘਰੇ ਆਣ ਕੇ ਬੱਚੇ ਵੇਖੇ। 3.5 ਮਹੀਨੇ ਦਾ ਮੇਰਾ ਪ੍ਰੋਸੈਸ ਹੈ ਉੱਥੋਂ ਦਾ। ਡਾਂਗ ਵੀ ਵਰੀ ਮੇਰੇ ਤੇ। ਜਿਹੜਾ 26 ਜਨਵਰੀ ਵਾਲਾ ਮੰਜ਼ਰ ਆ ਉਹ ਮੇਰੇ ਅੱਖਾਂ ਵਿੱਚ ਦੀ ਨਹੀਂ, ਮੇਰੇ ਹੱਥਾਂ ਵਿੱਚ ਦੀ ਵੀ ਨਹੀਂ। ਤੇ ਅਸੀਂ ਕਹਿੰਦੇ ਆ ਭਗਤ ਸਿਉਂ ਜੰਮੇ, ਪਰ ਜੰਮੇ ਗਵਾਂਢੀਆਂ ਦੇ ਘਰੇ। ਅਸੀਂ ਇਹ ਨਹੀਂ ਕਹਿੰਦੇ ਭਗਤ ਸਿਉਂ ਮੈਂ ਬਣਾ ਜਾਂ ਮੇਰਾ ਪੁੱਤ ਬਣੇ। ਕਿਉਂ ਨਹੀਂ ਕਹਿੰਦੇ? ਮੈਂ ਔਰਤ ਤੁਹਾਡੀ ਜਨਮਦਾਤੀ, ਤੁਸਾਂ ਮੇਰੀ ਹੀ ਲਾਜ ਗਵਾ ਦਿੱਤੀ। ਪਹਿਲਾਂ ਜੰਮਣ ਤੋਂ ਪਿੱਛੋਂ ਮਾਰਦੇ ਸੀ, ਹੁਣ ਕੁੱਖ ਵਿੱਚ ਹੀ ਮਰਵਾ ਦਿੱਤੀ। ਕਹਿੰਦੇ ਧਰਮ ਹੈ ਪਤੀ ਦੇ ਨਾਲ ਮਰਨਾ, ਮੇਰੀ ਜਿਉਂਦੀ ਦੀ ਅਲਖ ਮੁਕਾ ਦਿੱਤੀ। ਤੁਸੀਂ ਪਿਤਾ ਪਤੀ ਤੇ ਪੁੱਤਰ ਬਣ ਕੇ ਵੇ ਮੈਂ ਦੋਜ਼ਖਾਂ ਵਾਂਗ ਤਪਾ ਦਿੱਤੀ, ਵੇ ਮੈਂ ਦੋਜ਼ਖਾਂ ਵਾਂਗ ਤਪਾ ਦਿੱਤੀ। ਡਾਕਟਰ ਕੁਲਦੀਪ ਦੀਪ ਦੀਆਂ ਇਹ ਲੈਣਾ ਔਰਤ ਦੀ ਹੋਣੀ, ਔਰਤ ਦੀ ਵਜੂਦ, ਔਰਤ ਦੀ ਹੋਂਦ ਨੂੰ ਦਰਸਾਉਂਦੀਆਂ ਨੇ। ਮੁਲਕ ਦੇ ਮਰਦ ਪ੍ਰਧਾਨ ਸਮਾਜ ਨੇ ਜਿੱਥੇ ਹੋਰ ਬਹੁਤ ਸਾਰੇ ਲੋਕਾਂ ਨੂੰ ਹਾਸ਼ੀਆਕ੍ਰਿਤ ਕੀਤਾ ਹੋਇਆ, ਉੱਥੇ ਔਰਤ ਵੀ ਆਪਣੀ ਹੋਂਦ ਦੀ ਲੜਾਈ ਹਮੇਸ਼ਾ ਲੜ ਰਹੀ ਹੈ। ਜਦੋਂ ਕੋਈ ਧੀ, ਜਦੋਂ ਕੋਈ ਮਾਂ, ਜਦੋਂ ਕੋਈ ਭੈਣ ਵਿਧਵਾ ਹੁੰਦੀ ਹੈ, ਜਵਾਨ ਉਮਰੇ ਜਦੋਂ ਉਹਦਾ ਪਤੀ ਮੌਤ ਦੀ ਬੁੱਕਲ ਵਿੱਚ ਜਾ ਪੈਂਦਾ ਹੈ, ਅਤੇ ਜਦੋਂ ਐਡਾ ਵੱਡਾ ਸੰਤਾਪ ਭੋਗਿਆ ਹੋਵੇ, ਅਤੇ ਖਾਸ ਕਰ ਜਦੋਂ ਪਤੀ ਨਸ਼ੇ ਦਾ ਆਦੀ ਹੋਵੇ, ਅਤੇ ਫਿਰ ਉਸ ਔਰਤ ਦੀ ਕਹਾਣੀ ਕਿੱਡੀ ਦਰਦਨਾਕ ਹੋਊਗੀ, ਇਹ ਸਾਰੇ ਅਸੀਂ ਬਾਖੂਬੀ ਸਮਝਦੇ ਹਾਂ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮਰਖਾਈ ਪਹੁੰਚੇ ਹਾਂ। ਮੇਰੇ ਨਾਲ ਰਮਨਦੀਪ ਕੌਰ ਮਰਖਾਈ ਨੇ, ਜਿਸ ਨੇ ਆਪਣੀ ਦ੍ਰਿੜਤਾ, ਆਪਣੇ ਇਰਾਦੇ, ਆਪਣੀ ਦਲੇਰੀ ਦੇ ਨਾਲ ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਲੋਕਾਂ ਨੂੰ ਚੇਤਨ ਕੀਤਾ ਹੈ, ਆਪਣੇ ਸਮਾਜ ਸੇਵਾ ਦਾ ਰਾਹ ਫੜਿਆ ਹੈ। ਕਰਦੇ ਹਾਂ ਗੱਲਬਾਤ ਰਮਨ ਦੇ ਨਾਲ। ਰਮਨ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਦਾ ਖਾਲਿਸ TV ਤੇ ਸਵਾਗਤ ਹੈ ਤੁਹਾਡਾ ਵੀ। ਰਮਨ, ਬੜਾ ਸੁਣਿਆ ਸੋਸ਼ਲ ਮੀਡੀਆ ਤੇ ਆਲੇ ਦੁਆਲੇ ਤੋਂ ਇਹ ਦ੍ਰਿੜਤਾ, ਇਹ ਦਲੇਰੀ, ਸਾਨੂੰ ਇਹ ਲੱਗਦਾ ਕਿ ਬੀਜ ਤੇਰੇ ਪੇਕੇ ਪਿੰਡੋਂ ਮਾਂ ਪਿਓ ਨੂੰ ਹੀ ਬੀਜੇ ਲੱਗਦੇ ਨੇ। ਹਾਂਜੀ, ਕਹਿੰਦੇ ਆ ਵੀ ਕੋਈ ਵੀ ਬੱਚਾ ਮਾਂ ਦੇ ਪੇਟ ਚੋਂ ਨਹੀਂ ਸਿੱਖ ਕੇ ਆਉਂਦਾ ਗਾ।
ਜਦੋਂ ਸਮਾਜ ਦੇ ਵਿੱਚ ਤਾਂ ਜਦੋਂ ਇਸ ਕਾਇਨਾਤ ਦੇ ਵਿੱਚ ਦੁਨੀਆ ਦੇ ਵਿੱਚ ਸਾਹ ਲੈਂਦਾ ਨਾ ਤੇ ਸਾਰਾ ਕੁਝ ਆਟੋਮੈਟਿਕਲੀ ਉਦੋਂ ਹੋਣਾ ਸ਼ੁਰੂ ਹੋ ਜਾਂਦਾ। ਇੱਕ ਕੁਦਰਤ ਦਾ ਗੇੜ ਹੁੰਦਾ ਹੈ ਨਾ। ਤੇ ਇਹ ਮੈਨੂੰ ਇਹ ਚੀਜ਼ ਮੈਨੂੰ ਵੀ ਪਿਤਾ ਪੁਰਖੀ ਕਿੱਤੇ ਵਾਂਗੂ ਮੇਰੇ ਪਰਿਵਾਰ ਚੋਂ ਮਿਲੀ ਆ। ਮੇਰੇ ਦਾਦਾ ਜੀ ਸਰਦਾਰ ਹਰਬੰਸ ਸਿੰਘ ਜੀ ਜਿਹੜੇ ਲੋਕਾਂ ਲਈ ਤਤਪਰ ਰਹਿੰਦੇ ਸੀ, ਹਰ ਵਕਤ ਲੋਕਾਂ ਦੀ ਮਦਦ ਲਈ। ਇਹ ਸਾਡੇ ਇੱਥੋਂ ਦਰਿਆ ਵਗਦਾ ਹੁੰਦਾ ਸੀ, ਸਰਕਾਨੇ ਸੀ, ਜ਼ਮੀਨਾਂ ਆਬਾਦ ਨਹੀਂ ਸੀ। ਜਿੱਥੇ ਉਹਨਾਂ ਨੇ ਆਪਦੀ ਜ਼ਮੀਨ ਨੂੰ ਉਪਜਾਊ ਬਣਾਇਆ ਉੱਥੇ ਉਹਨੇ ਉਹਨਾਂ ਲੋਕਾਂ ਦੀ ਵੀ ਹੈਲਪ ਕੀਤੀ ਜਿਹੜੇ ਲੋਕਾਂ ਦਾ ਉਹਨੂੰ ਪਤਾ ਸੀ ਕਿ ਇਹ ਕੁਛ ਨਹੀਂ ਕਰ ਸਕਦੀ। ਚਾਹੇ ਪਿੰਡ ਦੇ ਮਸਲੇ ਹੁੰਦੇ ਸੀਗੇ, ਚਾਹੇ ਖੇਤੀ ਦੇ ਨਾਲ ਮਸਲੇ ਹੋਣੇ ਤੇ ਚਾਹੇ ਸਮਾਜਿਕ ਮਸਲੇ ਹੋਣੇ, ਉਹਨਾਂ ਨੇ ਹਰ ਮਸਲੇ ਦੇ ਵਿੱਚ ਹਿੱਸਾ ਲੈਂਦੇ। ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਜਥੇਦਾਰ ਹਰਮਿੰਦਰ ਸਿੰਘ ਮਰਖਾਈ ਜੀ, ਜਿਨ੍ਹਾਂ ਦਾ ਸਾਡੇ ਸਮਾਜ ਦੇ ਵਿੱਚ ਬੜਾ ਵੱਡਾ ਯੋਗਦਾਨ ਆ, ਕਿਉਂਕਿ ਉਹਨਾਂ ਨੇ ਉਸ ਟਾਈਮ ਦੇ ਉੱਤੇ ਜਦੋਂ ਵਾਕਈ ਸ਼੍ਰੋਮਣੀ ਅਕਾਲੀ ਦਲ ਇੱਕ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ, ਉਦੋਂ ਬੜੀ ਸੇਵਾ ਨਿਭਾਈ, ਜੇਲ੍ਹਾਂ ਕੱਟੀਆਂ ਉਹਨਾਂ ਨੇ, ਹਰ ਗਤੀਵਿਧੀ ਦੇ ਵਿੱਚ ਸਿਰਮੌਰ ਰਹੇ। ਈਵਨ ਇੱਥੋਂ ਤੱਕ ਵੀ ਇਹ ਜਿੰਨੇ ਵੀ ਨਾਮਵਰ ਚਿਹਰੇ ਆ ਨੇ ਇਹ ਸਾਰੇ ਸਾਡੇ ਘਰ ਆਉਂਦੇ ਹੁੰਦੇ ਸੀ। ਸੰਤ ਲੌਂਗੋਵਾਲ, ਟੌੜੇ ਹੁਰੀ, ਇਹ ਸਾਰੇ ਜਿੰਨੇ ਵੀ ਆ। ਤੇ ਇੰਦਰਜੀਤ ਸਿੰਘ ਜੀਰਾ, ਹਰੀ ਸਿੰਘ ਜੀਰਾ ਇਹ ਮੇਰੇ ਫਾਦਰ ਸਾਹਿਬ ਦੇ ਪੜ੍ਹਾਏ ਹੋਏ ਸੀ। ਵੀ ਸਿਆਸਤ ਦੇ ਵਿੱਚ ਇਹਨਾਂ ਦਾ ਇੰਨਾ ਸੀ, ਪਰ ਸਿਆਸਤ ਨੇ ਸਾਨੂੰ ਕੀ ਦਿੱਤਾ ਉਹ ਤੁਸੀਂ ਭਲੀ ਭਾਂਤ ਸਾਡੇ ਘਰਾਂ ਨੂੰ ਦੇਖ ਕੇ ਜਾਣੋ। ਸਿਆਸਤ ਨੇ ਸਾਨੂੰ ਪੂਰਾ ਬਰਬਾਦ ਕੀਤਾ। ਨਜ਼ਾਰੇ ਹੋਰ ਲੋਕ ਲੁੱਟ ਗਏ, ਬਰਬਾਦੀ ਮੇਰੇ ਬਾਪ ਦੀ ਹੋ ਗਈ। ਜ਼ਮੀਨ ਮੇਰੇ ਬਾਪ ਦੀ ਵਿਕ ਗਈ, ਭੱਠਾ ਮੇਰੇ ਬਾਪ ਦਾ ਫੇਲ ਹੋ ਗਿਆ, ਰੋਡ ਤੇ ਮੇਰਾ ਬਾਪ ਆ ਗਿਆ। ਬਹੁਤ ਸਾਰੇ ਲੋਕ ਸਵਾਲ ਕਰਦੇ ਆ ਵੀ ਰਮਨਦੀਪ ਕੌਰ ਮਰਖਾਈ ਜਿਹੜੀ ਹੈ ਸਿਆਸਤ 'ਚ ਆਊਗੀ, ਜਾਂ ਕਹਿੰਦੇ ਰਮਨਦੀਪ ਕੌਰ ਮਰਖਾਈ ਸਿਆਸਤ ਦੇ ਵਿੱਚ ਆਉਣ ਦੀਆਂ ਇਹਦੀਆਂ ਸਟੰਟਬਾਜ਼ੀਆਂ ਨੇ, ਜਿਹੜਾ ਇਹ ਸੋਸ਼ਲ ਮੀਡੀਆ 'ਤੇ ਲਾਈਵ ਹੁੰਦੀ ਲੋਕਾਂ ਦੇ ਮਸਲੇ ਚੱਕਰੀ। ਉਹ ਭਰਾਵੋ ਕੋਈ ਰਮਨਦੀਪ ਨੂੰ ਆਣ ਕੇ ਪੁੱਛੋ ਤਾਂ ਸਹੀ, ਸਿਆਸਤ ਨੇ ਰਮਨਦੀਪ ਕੌਰ ਨੂੰ ਕੀ ਦਿੱਤਾ? ਰਮਨਦੀਪ ਦਾ ਪਰਿਵਾਰ ਹੀ ਸਿਆਸਤ ਨੇ ਜਾੜਿਆ। ਯਾਰਾਂ ਦੋਸਤਾਂ ਨੇ ਇੱਥੇ ਬੱਕਰੇ ਵੱਢਣੇ, ਸ਼ਰਾਬਾਂ ਪੀਣੀਆਂ ਮੇਰੇ ਫਾਦਰ ਸਾਹਿਬ ਦੇ। ਉਹ ਲੋਕ ਤਾਂ ਅੱਜ ਕੋਈ ਬੱਸਾਂ ਦੇ ਪਰਮਿਟ ਲੈ ਗਿਆ ਤੇ ਕੋਈ ਕਿਸੇ ਕਾਰਪੋਰੇਟ ਘਰਾਣੇ ਦੇ ਵਿੱਚ ਐਡਜਸਟ ਹੋ ਗਿਆ ਤੇ ਕੋਈ ਫਾਰਨ ਵੱਲ ਨੂੰ ਡਾਰੀ ਲਾ ਗਿਆ ਤੇ ਜਥੇਦਾਰ ਨੂੰ ਕਰ ਗਏ ਰੋਡ ਤੇ। ਸੋ ਮੇਰੇ ਬਾਪ ਨੇ ਇੱਕ ਗੱਲ ਕਹੀ ਸੀ ਵੀ ਪੁੱਤ ਇੱਕ ਤਾਂ ਪਰੇ 'ਚ ਜਾ ਕੇ ਝੂਠ ਨਾ ਬੋਲਿਓ, ਇੱਕ ਕਿਸੇ ਨੂੰ ਕਹਿ ਕੇ ਥਾਪਣਾ ਦੇ ਕੇ ਵੀ ਮੈਂ ਤੇਰੇ ਮਗਰਾਂ ਬਾਅਦ 'ਚ ਪੈਰ ਨਾ ਪਿਛਾਂ ਕਰੀ। ਲਾਭ ਹਾਨੀਆਂ ਕਿਸਮਤ ਦੀਆਂ ਮੁਕੱਦਰਾਂ ਦੀ ਖੇਡ ਆ। ਤੇ ਮੈਂ ਇੱਕ ਹੁਣੇ ਸੱਚ ਦੀ ਗੱਲ ਕਰਨੀ ਹੈ। ਮੈਂ ਅੱਜ ਤੱਕ ਭਲਾ ਮੇਰਾ ਪੂਰਾ ਪਿੰਡ ਇੱਕ ਪਾਸੇ ਹੋਵੇ, ਇਹ ਇਕੱਲੇ ਮੇਰੇ ਪਿੰਡ ਦੀ ਗੱਲ ਨਹੀਂ, ਗੁਰਦਾਸਪੁਰ ਤੱਕ, ਇੱਧਰੋਂ ਪਟਿਆਲਾ, ਸੰਗਰੂਰ, ਚੰਡੀਗੜ੍ਹ ਤੱਕ ਮੈਂ ਜਾਂਦੀ ਹਾਂ ਲੋਕਾਂ ਦੇ ਫੈਸਲਿਆਂ 'ਚ। ਮੇਰੇ ਘਰ ਵੀ ਆਉਂਦੇ ਆ। ਮੈਂ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖੀ ਹੈ ਤੇ ਸੱਚ ਦੇ ਰਾਹ 'ਤੇ ਚੱਲੀ ਹਾਂ, ਕਿਉਂਕਿ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਇਹ ਸਾਡੇ ਤਾਂ ਗੁਰੂ ਸਾਹਿਬਾਨਾਂ ਨੇ ਕਿਹਾ। ਕੋਈ ਚੱਲਦਾ ਨਹੀਂ, ਕੋਈ ਚੱਲ ਕੇ ਤਾਂ ਵੇਖੇ। ਠੀਕ ਆ, ਰਾਹ ਜ਼ਰੂਰ ਔਖਾ। ਅਸੀਂ ਕਹਿ ਦਿੰਦੇ ਹੁਣ ਰਮਨਦੀਪ ਕੌਰ ਨਸ਼ੇ 'ਤੇ ਲੜ ਰਹੀ ਆ, ਕੋਈ ਨਸ਼ੇ ਵਾਲਾ ਰਾਹ ਰਮਨਦੀਪ ਦਾ ਸੌਖਾ ਨਹੀਂ ਗਾ। ਇਹਦਾ ਉਹ ਭਖ ਦੇ ਅੰਗਿਆਰ ਆ, ਉਹਨਾਂ ਕੋਲਿਆਂ ਉੱਤੋਂ ਦੀ ਪੈਰ ਧਰ ਕੇ ਜਾਂਦੀ ਹਾਂ ਮੈਂ, ਜਿੱਥੇ 24 ਘੰਟੇ ਮੇਰੀ ਮੌਤ ਮੇਰੇ ਸਿਰ 'ਤੇ ਆ। ਸਾਨੂੰ ਪਤਾ ਸਾਡੀਆਂ ਸਿਆਸਤਦਾਨ ਲੋਕ ਕਿਹੋ ਜਿਹੇ ਆ। ਕੈਪਟਨ ਕਮਲਜੀਤ ਨਾਲ ਕੀ ਹੋਇਆ ਸੀ? ਹਾਦਸਾਗ੍ਰਸਤ ਬਣਾਤਾ ਨਾ ਇਹਨਾਂ ਨੇ। ਟੌੜਾ ਸਾਹਿਬ ਨਾਲ ਕੀ ਹੋਇਆ ਸਾਨੂੰ ਸਾਰਿਆਂ ਨੂੰ ਪਤਾ। ਬਾਅਦ 'ਚ ਬੇਸ਼ੱਕ ਅਸੀਂ ਸਟੰਟਬਾਜ਼ੀਆਂ ਨਵੀਆਂ ਖੇਡ ਜੀਏ। ਹੁਣ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਮੇਰੀ ਪਰਸਨਲ ਆਈਡੀ ਤੇ IT ਵਿੰਗ ਵੱਲੋਂ ਫੇਕ ਆਈਡੀਆਂ ਬਣਵਾ ਕੇ ਮੈਨੂੰ ਕਮੈਂਟ ਕਰਾਏ ਗਏ। ਕੀ ਗੱਲ ਮੈਂ ਉਹਦੀ ਜ਼ਮੀਨ ਦਾ ਹਿੱਸਾ ਵੰਡਾ ਕੇ ਲਿਆਈ ਸੀ? ਗੱਲ ਤਾਂ ਇਹ ਆ ਵੀ ਮੈਂ ਸੱਚ ਦੀ ਗੱਲ ਕਰਦੀ ਹਾਂ, ਉਹਨਾਂ ਨੂੰ ਸੁਣਨਾ ਪਸੰਦ ਨਹੀਂ। ਕਮੈਂਟ ਵੀ ਦੂਸ਼ਣਬਾਜ਼ੀਆਂ ਵੀ ਇਸ ਤਰ੍ਹਾਂ ਦੀਆਂ ਲਾਈਆਂ ਗਈਆਂ ਕਿ ਰਾਤ ਨੂੰ ਇਹ ਕੇਜਰੀਵਾਲ ਨੂੰ ਮਿਲ ਜਾਂਦੀ। ਫਿਰ ਮੈਂ ਤਾਂ ਖੁੱਲ੍ਹਾ ਚੈਲੰਜ ਕੀਤਾ ਮੀਡੀਆ ਦੇ ਥਰੂ। ਫਿਰ ਕਹਿੰਦੇ ਵਿਧਵਾ, ਇਹ ਤੁਰੀ ਫਿਰਦੀ ਹੈ, ਇਹ ਖਾਨਦਾਨ ਦੀਆਂ ਧੀਆਂ ਇਸ ਤਰ੍ਹਾਂ ਨਹੀਂ ਤੁਰੀਆਂ। ਮੈਂ ਇਹਨਾਂ ਨੂੰ ਇਹ ਸਵਾਲ ਕੀਤਾ ਮੀਡੀਆ 'ਤੇ ਆ ਕੇ ਵੀ ਹਰਸਿਮਰਤ ਕੌਰ ਬਾਦਲ ਹੈ ਜਿਹੜੀ, ਉਹਦਾ ਕੋਈ ਖਾਨਦਾਨ ਨਹੀਂ, ਉਹ ਖਾਨਾ ਬਦੋਸ਼ ਆ, ਉਹ ਲੋਕਾਂ 'ਚ ਕਿਉਂ ਜਾਂਦੀ ਹੈ? ਕਿ ਉਹਦੇ 'ਤੇ ਇੱਕ ਟੈਗ ਹੈ, ਇੱਕ ਪੱਟੀ ਆ ਵੀ ਉਹ ਬਾਦਲ ਪਰਿਵਾਰ ਦੀ ਨੂੰਹ ਤੇ ਰਮਨਦੀਪ ਕੌਰ ਆਮ ਕੁੜੀ ਹੈ। ਸੋ ਕਿਤੇ ਨਾ ਕਿਤੇ ਜਾ ਕੇ ਈਵਨ ਇੱਥੋਂ ਤੱਕ ਵੀ ਹੈ ਕਿ ਮੇਰਾ ਤੇ ਮੇਰੇ ਬੱਚਿਆਂ ਦਾ ਕਤਲ ਵੀ ਕਰਵਾ ਸਕਦੇ, ਕੋਈ ਵੱਡੀ ਗੱਲ ਨਹੀਂ। ਤੇ ਮਰਨੋਂ ਮੈਂ ਨਹੀਂ ਡਰਦੀ।
ਜਿਹੜੇ ਰਾਹ ਤੇ ਮੈਂ ਤੁਰ ਪਈ ਆ ਨਾ, ਇਹ ਤਾਂ ਮੈਂ ਇੱਕ ਕਿਹਾ ਵੀ ਜਿਸ ਦਿਨ ਮੇਰੇ ਸਵਾਸਾਂ ਦੀ ਡੋਰ ਕੱਟੀ ਜਾਊਗੀ ਉਸ ਦਿਨ ਰਮਨਦੀਪ ਕੌਰ ਦੀ ਆਵਾਜ਼ ਬੰਦ ਹੋਊਗੀ, ਨਹੀਂ ਤਾਂ ਨਹੀਂ ਹੋਣੀ। ਰਮਨ, ਬਾਬਾ ਨਜ਼ਮੀ ਕਹਿੰਦਾ ਹੈ ਇਹ ਵੀ ਕਦੇ ਸ਼ਗਨਾਂ ਨਾਲ ਵਿਆਹੀ ਹੋਵੇਗੀ, ਸਿਰ ਤੇ ਜਿਹੜੀ ਪੱਥਰ ਚੁੱਕੀ ਫਿਰਦੀ ਹੈ। ਮਾਂ ਪਿਓ ਨੇ ਵੀ ਬੜੇ ਚਾਵਾਂ ਦੇ ਨਾਲ ਰਮਨ ਦਾ ਵਿਆਹ ਕੀਤਾ। ਜੀ ਅਜਿਹਾ ਕੀ ਵਾਪਰ ਗਿਆ ਕਿ ਰਮਨ ਨੂੰ ਅੱਜ ਇਕੱਲੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ, ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਕਰਨਾ ਪੈ ਗਿਆ? ਦੇਖੋ ਜੀ, ਮਾਪੇ ਆ ਨਾ ਜਿਹੜੇ, ਕੋਈ ਵੀ ਮਾਂ-ਬਾਪ ਨਹੀਂ ਚਾਹੁੰਦਾ ਵੀ ਸਾਡੀ ਧੀ ਦੁਖੀ ਹੋਵੇ, ਚਾਹੇ ਧੀ ਚਾਹੇ ਪੁੱਤ, ਮਾਪੇ ਨਹੀਂ ਚਾਹੁੰਦੇ ਹੁੰਦੇ। ਤੇ ਹਰ ਇੱਕ ਮਾਪੇ ਆਪਦੀ ਧੀ ਲਈ ਰਾਜਕੁਮਾਰੀ ਲੱਭਦੇ ਆ, ਚਾਹੇ ਉਹ ਅਮੀਰ ਆ ਤੇ ਚਾਹੇ ਉਹ ਗਰੀਬ ਆ। ਹਰ ਬਾਪ ਦਾ ਸੁਪਨਾ ਇਹੀ ਹੁੰਦਾ ਵੀ ਮੇਰੀ ਧੀ ਆ ਜਿਹੜੀ ਉਹ ਰਾਣੀ ਬਣ ਕੇ ਰਵੇ। ਤੇ ਪਰ ਮੁਕੱਦਰਾਂ ਦੇ ਲਿਖੇ ਨੂੰ ਕੋਈ ਮੇਟ ਨਹੀਂ ਸਕਦਾ। ਮੇਰੀ ਤਾਂ ਜ਼ਿੰਦਗੀ ਸ਼ੁਰੂ ਤੋਂ ਹੀ ਭਰਾ ਮੇਰਾ ਦੁੱਖਾਂ ਭਰੀ ਆ। ਪਹਿਲਾਂ ਮਾਂ-ਬਾਪ ਦੇ ਘਰੇ ਦੁੱਖ ਬਹੁਤ ਦੇਖੇ। ਤੀਸਰੀ ਕਲਾਸ 'ਚ ਪੜ੍ਹਦੀ ਸੀ, ਮੇਰੇ ਮੰਮਾ ਨੂੰ ਪੈਰਾਲਾਈਜ਼ ਹੋ ਗਿਆ ਸੀ, ਅਧਰੰਗ ਹੋ ਗਿਆ ਸੀਗਾ। ਕੰਮ ਘਰ ਦਾ ਤੀਜੀ ਕਲਾਸ 'ਚ ਪੜ੍ਹਦੀ ਤੇ ਪੈ ਗਿਆ। ਬਾਪ ਦੇ ਐਕਸੀਡੈਂਟ, ਆਪਰੇਸ਼ਨ, ਮਾਂ ਦਾ ਐਕਸੀਡੈਂਟ ਐਡਾ ਭਿਆਨਕ ਸੀਗਾ ਵੀ 3 ਸਾਲ ਤੱਕ ਕੱਪੜਾ ਨਹੀਂ ਪਿਆ ਤੇ ਲੀਰ ਲੈ ਕੇ ਆਈ ਪਿੰਡੇ ਨੂੰ ਮੈਂ ਸਾਫ਼ ਕਰਨਾ, ਲੈਟਰਿਨ ਬਾਥਰੂਮ ਮੰਜੇ ਤੇ। ਉਦੋਂ ਬਾਅਦ ਦਾਦੀ ਮਾਂ ਦੀ ਐਕਸੀਡੈਂਟ, ਹਾਦਸੇ 'ਚ ਮੌਤ, ਦਾਦਾ ਜੀ ਦਾ ਆਪਰੇਟ, ਐਕਸੀਡੈਂਟ, ਫਿਰ ਪਾਪਾ ਦੇ ਐਕਸੀਡੈਂਟ। ਮਤਲਬ ਕਿ ਰਮਨਦੀਪ ਕੌਰ ਵੀ ਨਾ ਇਹਨਾਂ ਦੁੱਖਾਂ ਤੋਂ ਹੰਭ ਗਈ ਸੀ ਵੀ ਐਂ ਜੇ ਲੱਗਦਾ ਸੀ ਵੀ ਕੋਈ ਸਕੂਨ ਦੀ ਲਾਈਫ ਹੋਊਗੀ, ਕੋਈ ਜ਼ਿੰਦਗੀ ਹੋਊਗੀ ਮੇਰੀ। ਫਿਰ ਜਦੋਂ ਮੇਰੀ ਮੈਰਿਜ ਸੀ, ਮੈਰਿਜ ਟਾਈਮ ਤੇ ਮੈਂ ਸੋਚਿਆ ਸ਼ਾਇਦ ਹੁਣ ਮੇਰੀ ਜ਼ਿੰਦਗੀ 'ਚ ਸੁੱਖ ਆਊਗਾ। ਪਰ ਉਹ ਕਹਿੰਦੇ ਆ ਨਾ, ਜਾਂ ਮੇਰੇ ਗੀਤ ਲੰਮੇ ਨੇ ਜਾਂ ਗਮਾਂ ਦੀ ਰਾਤ ਲੰਮੀ ਆ। ਉਹ ਮੇਰੇ ਗਮਾਂ ਦੀ ਰਾਤ ਐਡੀ ਕੁ ਲੰਮੀ ਹੋ ਗਈ ਵੀ ਜਿਹਦਾ ਸਵੇਰਾ ਹੀ ਨਹੀਂ ਹੋਇਆ। ਹਸਬੈਂਡ ਡਰੱਗ ਅਫੈਕਟਡ ਸੀ, ਕਲੇਸ਼ ਵੀ ਬੜਾ ਰਹਿੰਦਾ ਸੀ, ਕੁੱਟਮਾਰ ਵੀ ਆਮ ਸੀ। ਕੀ ਨਸ਼ਾ ਕਰਦੇ ਸੀ ਉਹ ਚਿੱਟੇ ਦਾ ਨਸ਼ਾ ਕਰਦੇ ਸੀ ਵਿੱਚ। ਵਿਆਹ ਤੋਂ ਪਹਿਲਾਂ ਪਿਣਕ ਪਈ ਨਹੀਂ ਮਾੜੀ ਮੋਟੀ, ਜਾਂ ਵਿਆਹ ਤੋਂ ਬਾਅਦ ਹੀ? ਨਹੀਂ ਜੀ, ਬਿਲਕੁਲ ਨਹੀਂ। ਮਤਲਬ ਕਿ ਜੇ ਇਹ ਆਪਾਂ ਨੂੰ ਪਤਾ ਹੋਵੇ ਵੀ ਸਾਹਮਣੇ ਖੂਹ ਆ, ਆਪਾਂ ਪਾਸੇ ਦੀ ਲੰਘਾਂਗੇ, ਡਿੱਗਾਂਗੇ ਥੋੜੀ ਨਾ। ਜਦੋਂ ਪਤਾ ਹੀ ਨਹੀਂ ਸੀ ਨਾ ਵਿਚੋਲੇ ਨੂੰ, ਨਾਲ ਹਾਂ ਨਾ ਕਿਸੇ ਨੂੰ, ਹੋ ਸਕਦਾ ਐਨੀਵਨ ਪਤਾ ਹੋਵੇ, ਆਈ ਨੋ, ਉਹ ਇਹ ਪ੍ਰਮਾਤਮਾ ਜਾਣਦਾ। ਫਿਰ ਦੁੱਖ ਉਦੋਂ ਵੀ ਵੱਡੇ ਆ ਗਏ, ਕੋਟਾਂ ਮਾਰਾਂ, ਸਾਰਾ ਕੁਛ ਹੀ ਹੋਇਆ ਜ਼ਿੰਦਗੀ 'ਚ। ਫਿਰ ਉਹ ਇਨਸਾਨ ਸੁਧਰਿਆ ਵੀ ਇਸ ਤਰ੍ਹਾਂ ਦਾ ਕਿ ਮੈਨੂੰ ਸਾਰੀ ਜ਼ਿੰਦਗੀ ਦੀ ਐਸ਼ ਕਰਾ ਗਿਆ। 6 ਮਹੀਨਿਆਂ ਤੱਕ ਉਹ ਵਧੀਆ ਰਿਹਾ। ਕਹਿੰਦੇ ਨੇ ਵੀ ਜਦੋਂ ਇਹ ਡਰੱਗ ਅਫੈਕਟਡ ਆ, ਜਿਹੜਾ ਚਿੱਟੇ ਦਾ ਸੇਵਨ ਕਰਦਾ ਬੰਦਾ, ਜੋ ਇਹ ਨਸ਼ਾ ਛੱਡ ਕੇ ਦੁਬਾਰਾ ਰੀਸਟਾਰਟ ਕਰਦਾ ਨਾ, ਇਹ ਪਹਿਲੀ ਦਲੇਰੀ 'ਚ ਕਰਦਾ, ਕਿਉਂਕਿ ਬਲੱਡ ਜਿਹੜਾ ਉਹ ਪਿਉਰੀਫਾਈ ਹੋ ਜਾਂਦਾ। ਇਹਨਾਂ ਨੇ ਵੀ ਇਸ ਤਰ੍ਹਾਂ ਕੀਤਾ ਵੀ ਜਿਹੜਾ ਬੰਦਾ 25-30 ਹਜ਼ਾਰ ਦੀ ਡੋਜ਼ ਲੈਂਦਾ ਸੀ, 6 ਮਹੀਨੇ ਛੱਡਣ ਤੋਂ ਬਾਅਦ ਯਕਦਮ ਉਹਨੇ ਉਨੀ ਦਲੇਰੀ 'ਚ ਡੋਜ਼ ਲਈ, ਉਹਨੇ ਹਾਰਟ ਨੂੰ ਬਲਾਸਟ ਕਰਤਾ, ਔਰਗਨਸ ਪਾਰਟ ਖਤਮ ਕਰਤੇ, ਡੈਮੇਜ ਕਰਤੇ ਉਹਦੇ, ਜਿਹਦੇ ਕਰਕੇ ਉਹ ਰਾਈਟ 12 ਵਜੇ ਕੋਮਾ 'ਚ ਚਲੇ ਗਏ ਆ। 3:45 ਵਜੇ ਉਹਨਾਂ ਨੇ ਆਖਰੀ ਸਵਾਸ ਲੈ ਲਈ, 2016-24 ਜੋ। 25-30 ਹਜ਼ਾਰ ਦੀਆਂ ਡੋਜ਼ਾਂ ਲੈਣ ਵਾਲਾ ਮੁੰਡਾ ਇਹ ਘਰ ਦੇ ਹਾਲਾਤ, ਉਹ ਜਿਹੜੇ ਕੋਈ ਸਾਧਨ ਹੁੰਦੇ ਨੇ ਕਮਾਈ ਦੇ, ਜੀ ਵੇਚ ਵੱਟ ਗਏ। ਦੇਖੋ ਜੀ, ਇਹ ਤਾਂ ਵੀਰ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਨਾ ਤਾਂ ਮੈਨੂੰ ਪਤਾ ਵੀ ਉਹਨਾਂ ਨੇ ਵੇਚਿਆ ਕੀ, ਨਾ ਵੱਟੇ ਕੀ ਦਾ ਮੈਨੂੰ ਪਤਾ। ਨਾ ਮੈਨੂੰ ਅੱਜ ਤੱਕ ਕਿਸੇ ਨੇ ਘਰੇ ਆਣ ਕੇ ਲਾਂਭਾ ਦਿੱਤਾ ਸੀ ਵੀ ਤੇਰੇ ਘਰ ਵਾਲੇ ਨੇ ਕਿਸੇ ਦਾ ਸਮਾਨ ਚੱਕ ਲਿਆ, ਤੇਰੇ ਘਰ ਵਾਲੇ ਨੇ ਕਿਸੇ ਨਾਲ ਧੋਖਾਧੜੀ ਕਰ ਲਈ। ਉਹਦਾ ਫਰੈਂਡ ਸਰਕਲ ਹੀ ਐਡਾ ਉੱਚੇ ਘਰਾਣੇ ਦੇ ਲੋਕਾਂ ਦੇ ਨਾਲ ਸੀ ਨਾ, ਵੀ ਸਾਡੀ ਵੀ ਸਮਝ ਤੋਂ ਬਾਹਰ ਦੀਆਂ ਗੱਲਾਂ ਹੋ। ਕਿਉਂਕਿ ਸਹੁਰੇ ਤੋਂ ਰਮਨ ਉਦੋਂ ਪੇਕੇ ਆਉਂਦੀ ਹੈ, ਸੱਸ ਸਹੁਰਾ ਮਿਲਦੇ ਜੁਲਦੇ ਨੇ ਜਾਂ ਨਾਤਾ ਚੱਲ ਰਿਹਾ ਜੀ ਉਹਨਾਂ ਨਾਲ? ਦੇਖੋ ਜੀ, ਬੜਾ ਕੁਛ ਹੋਇਆ, ਬੜੇ ਵਾਦ ਵਿਵਾਦ ਵੀ ਹੋਏ। 4 ਸਾਲ ਤੱਕ ਅਸੀਂ ਇੱਕ ਦੂਜੇ ਤੋਂ ਅਨਟੱਚ ਰਹੇ ਹਾਂ, ਨਾ ਤਾਂ ਕਦੇ ਉਹ ਆਏ ਸੀ ਨਾ ਅਸੀਂ ਗਏ ਸੀ। ਹੁਣ ਸਾਡੀ ਆਵਾਜਾਵੀ ਹੈਗੀ ਹੈ, ਹੁਣ ਉਹ ਰਿਸ਼ਤਾ ਬਣਿਆ ਹੋਇਆ ਚੰਗਾ? ਹਾਂਜੀ, ਬਹੁਤ ਵਧੀਆ। ਨਹੀਂ, ਇੱਕ ਗੱਲ ਆ, ਮੈਂ ਮਾੜਾ ਉਦੋਂ ਵੀ ਨਹੀਂ ਸੀ ਕਿਹਾ, ਕਿਉਂਕਿ ਸਮਾਂ ਮਾੜਾ ਸੀ। ਇਨਸਾਨ ਕਦੇ ਵੀ ਮਾੜਾ ਨਹੀਂ ਹੁੰਦਾ। ਸਮਾਂ ਮਾੜਾ ਸੀਗਾ, ਸਮੇਂ ਨੇ ਆਪਦੀ ਚਾਲ ਚੱਲੀ, ਉਹਦੇ ਪ੍ਰਮਾਤਮਾ ਦੇ ਲਿਖੇ ਤੇ ਸ਼ੱਕ ਰਹੇ ਆ। ਬਾਕੀ ਅੰਮ੍ਰਿਤਾ ਪ੍ਰੀਤਮ ਨੇ
ਇੱਕ ਕਵਿਤਾ ਲਿਖੀ ਸੀ, ਵਾਰਿਸ ਸ਼ਾਹ ਨੂੰ ਕਿਹਾ ਸੀ, ਅੱਜ ਆਖਾਂ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਕੋਈ ਪੜ੍ਹ ਕਿਤਾਬੇ ਇਸ਼ਕ ਦਾ ਅਗਲਾ ਵਰਕਾ ਫੋਲ। ਇੱਕ ਰੋਈ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਵਾਰਿਸ ਸ਼ਾਹ ਤਾਈਂ ਕਹਿਣ। ਅੱਜ ਇੱਕ ਕੱਲੀ ਰਮਨਦੀਪ ਕੌਰ ਦੀ ਕਹਾਣੀ ਨਹੀਂ, ਅੱਜ ਤੁਸੀਂ ਪਿੰਡ ਪਿੰਡ ਪਤਾ ਨਹੀਂ ਕਿੰਨੀਆਂ ਕੁ ਰਮਨਦੀਪ ਆ ਜਿਨ੍ਹਾਂ ਤੇ ਚਿੱਟੀਆਂ ਚੁੰਨੀਆਂ ਆ ਗਈਆਂ। ਬਹੁਤ ਰਮਨਦੀਪ ਆ ਜਿਨ੍ਹਾਂ ਦੇ ਹਸਬੈਂਡ ਐਂਟੀ ਡਰਗ ਦੀ ਓਵਰਡੋਜ਼ ਦੇ ਨਾਲ, ਸੌਰੀ ਐਂਟੀ ਡਰਗ ਨਹੀਂ, ਡਰਗ ਓਵਰਡੋਜ਼ ਦੇ ਨਾਲ ਇਸ ਦੁਨੀਆ ਤੋਂ ਰੁਖਸਤ ਹੋ ਗਏ। ਮੈਨੂੰ ਜਦੋਂ ਜਵਾਨੀ ਉਮਰੇ ਜੀ 5-4 ਸਾਲ ਤੇਰੇ ਵਿਆਹ ਨੂੰ ਹੋਏ ਸੀ ਤੇ ਘਰ ਦੇ ਲਾ ਲਓ, ਰਿਸ਼ਤੇ ਨਾਤੇ ਲਾ ਲਓ, ਸਾਡਾ ਸਮਾਜ ਰੀਮੈਰਿਜ ਨੂੰ ਪ੍ਰਭਾਵ ਕਰਦੇ ਨੇ ਵੀ ਭਾਈ ਕੁੜੀ ਤੇਰਾ ਵਿਆਹ ਕਰਾਂਗੇ, ਤੇ ਤੇਰੇ ਕੋਲੇ 2 ਬੱਚੇ ਵੀ ਸੀ। ਇਸ ਤਰ੍ਹਾਂ ਦਾ ਪ੍ਰਭਾਵ ਨਹੀਂ ਪਿਆ ਘਰਦਿਆਂ ਦਾ? ਨਹੀਂ, ਬਹੁਤ ਜ਼ਿਆਦਾ ਪਿਆ ਜੀ। ਨਾਲ ਦੇ ਜੰਮੇ ਭੈਣ ਭਰਾਵਾਂ ਨੇ ਵੀ ਸਾਥ ਛੱਡਤਾ ਸੀ, ਮਾਂ-ਬਾਪ ਦੇ ਨਾਲ ਵੀ ਲੜਾਈ ਝਗੜਾ ਕਰਦੇ ਸੀ, ਕਹਿੰਦੇ ਇਹਨੂੰ ਭਾਈ ਬੈਠੇ ਆ, ਕੀ ਕਰੋਗੇ ਤੁਸੀਂ, ਆਪਦੇ ਨੌਂ ਪੁੱਤ ਨੂੰ ਸਾਂਭੋਗੇ, ਇਹਦੇ ਕਰਕੇ ਤੁਹਾਨੂੰ ਵੀ ਨਹੀਂ ਰੋਟੀ ਮਿਲਣੀ। ਇਵਨ ਦਿਨ ਇਸ ਤਰ੍ਹਾਂ ਦੇ ਭਰਾ ਮੇਰੇ ਯਾਰ, ਇੱਕ ਪਾਸੇ ਪਈ ਤਵੇ ਤੇ ਰੋਟੀ ਵੀ ਮੱਚ ਜਾਂਦੀ ਆ। ਤੇ ਕਦੇ ਕਿਸੇ ਰਿਸ਼ਤੇਦਾਰ ਨੇ ਰਮਨਦੀਪ ਨੂੰ ਆਈ ਨਹੀਂ ਸੀ ਕਿਹਾ ਵੀ 2 ਦਿਨ ਬੱਚਿਆਂ ਨੂੰ ਛੁੱਟੀਆਂ ਤੋਂ ਸਾਡੇ ਕੋਲੇ ਆ ਜਾ। ਤੇ ਅੱਜ ਉਹੀ ਰਮਨਦੀਪ ਆ, ਬਾਬੇ ਨਾਨਕ ਦੇ ਦਿਨ ਫੇਰੇ, ਅੱਜ ਉਹੀ ਰਮਨਦੀਪ ਕੌਰ ਆ, ਉਹ ਰਿਸ਼ਤੇਦਾਰ ਟਾਈਮ ਮੰਗਦੇ ਵੀ ਸਾਨੂੰ 10 ਮਿੰਟ ਲਈ ਘਰੇ ਮਿਲ ਲੈਂਗੀ। ਇੱਕ ਉਹ ਵੀ ਟਾਈਮ ਸੀਗਾ ਜੋ ਮੇਰੇ ਬਾਪ ਨੂੰ ਕਹਿੰਦੇ ਸੀ ਇਹਨੂੰ ਧੱਕਾ ਦੇ, ਇਹਨੂੰ ਘਰੋਂ ਕੱਢ, ਪਰ ਕਹਿੰਦੇ ਜਨਮ ਦੇਣ ਵਾਲੇ ਮਾਪੇ ਨਹੀਂ ਦਿਖਾ ਸਕਦੇ। ਮੇਰੇ ਮਾਪਿਆਂ ਨੇ ਮੇਰੇ ਨਾਲ ਦੁੱਖ ਸੁੱਖ ਵੇਖਿਆ। ਤੇ ਵਿਆਹ ਦੀ ਜਿਹੜੀ ਗੱਲ ਆ, ਬੜੇ ਰਿਸ਼ਤੇ ਆਏ, ਕੋਈ ਥਾਣੇਦਾਰ ਲੱਗਾ, ਕੋਈ ਤਹਿਸੀਲਦਾਰ ਲੱਗਾ, ਕੋਈ NRI, ਕਰੋੜਾਂ ਨਹੀਂ ਅਰਬਾਂ ਪਤੀ ਬੰਦਿਆਂ ਦੇ ਰਿਸ਼ਤੇ ਆ ਗਏ। ਪਰ ਮੈਂ ਨਹੀਂ ਸੀ ਚਾਹੁੰਦੀ ਵੀ ਮੈਂ ਇੱਕ ਬਾਪ ਆਪਦੇ ਬੱਚਿਆਂ ਨੂੰ ਦਵਾਉਂਦੀ ਉਹਨਾਂ ਤੋਂ ਇੱਕ ਮਾਂ ਗਵਾ ਦਾਂ। ਉਹਨਾਂ ਬੱਚਿਆਂ ਦਾ ਕੀ ਕਸੂਰ ਆ ਜਿਹੜੇ ਮੈਨੂੰ ਮਾਂ ਸਮਝਦੇ, ਬਾਪ ਸਮਝਦੇ ਆ। ਈਵਨ ਕਿ ਮੇਰੇ ਬੱਚਿਆਂ ਦੀ ਥਿਊਰੀ ਇਹ ਹੋ ਗਈ, ਸੁਬਾਹ ਉਹ ਮੈਨੂੰ ਮੰਮੀ ਕਹਿੰਦੇ ਆ, ਸ਼ਾਮ ਨੂੰ ਮੈਨੂੰ ਪਾਪਾ ਕਹਿੰਦੇ ਆ। ਮੈਂ ਨਹੀਂ ਚਾਹੁੰਦੀ ਵੀ ਸਾਡੇ ਜਿਹੜੇ ਅਸੀਂ ਅੱਜ ਆਪਦੀ ਨੀਂਦ ਸੌਂਦੇ, ਆਪਦੀ ਉੱਠਦੇ ਆ, ਅਸੀਂ ਆਪਦੀ ਨੀਂਦ ਵੀ ਹਰਾਮ ਕਰ ਲਈਏ। ਵੀ ਮੇਰੇ ਬੱਚਿਆਂ ਦੇ ਵਿੱਚ ਕੋਈ ਇਹੋ ਜਿਹਾ ਪਰਸਨ ਸਾਡੇ ਵਿੱਚ ਆ ਜੇ ਵੀ ਜਿਹੜਾ ਮੈਨੂੰ ਤੇ ਮੇਰੇ ਬੱਚਿਆਂ ਨੂੰ ਵੰਡ ਕੇ ਰੱਖ ਦੇ। 2022 ਦੀਆਂ ਚੋਣਾਂ ਸਿਖਰਾਂ ਤੇ ਨੇ। ਹਾਂਜੀ। 2017 ਤੋਂ ਪਹਿਲਾਂ 10 ਸਾਲ ਸ਼੍ਰੋਮਣੀ ਅਕਾਲੀ ਦਲ ਤੇ ਤੁਹਾਡਾ ਪਰਿਵਾਰ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਭੇਟ ਚੜ ਗਿਆ ਜੀ। ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਹੁਤ ਵੱਡੇ ਇਲਜ਼ਾਮ ਲੱਗੇ ਜੀ। ਦੂਸਰੀਆਂ ਪਾਰਟੀਆਂ ਨੇ ਬਹੁਤ ਵੱਡੇ ਇਹਨਾਂ ਤੇ ਇਲਜ਼ਾਮ ਲਾਏ ਕਿ ਨਸ਼ਾ ਇਹਨਾਂ ਨੇ ਕੀਤਾ, ਬਰਗਾੜੀ ਵਰਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗੇ ਕਾਂਡ ਉਹਨਾਂ ਦੇ ਰਾਜ ਵਿੱਚ ਵਾਪਰਦੇ ਨੇ। ਜੀ। ਫਿਰ ਕਾਂਗਰਸ ਸਰਕਾਰ ਇਹ ਕਹਿ ਕੇ ਸੱਤਾ ਵਿੱਚ ਆਉਂਦੀ ਹੈ ਕਿ ਅਸੀਂ ਤਾਂ ਜੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਾਂਗੇ। ਜੀ। ਨਾ ਉਹ ਨਸ਼ਾ ਅੱਜ ਖਤਮ ਹੋਇਆ, ਜਿਹੜਾ ਗਰਾਊਂਡ ਉਹਨਾਂ ਨੇ ਤਿਆਰ ਕੀਤਾ ਸੀ ਇਹ ਅੱਜ ਹੋਰ ਵੀ ਵੱਧ ਫੁੱਲ ਰਿਹਾ ਹੈ। ਜੀ। ਕਿ ਅੱਜ ਕੀ ਸੋਚਦੀ ਹੈ ਰਮਨ? ਦੇਖੋ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿਹੜਾ ਚਿੱਟੇ ਦੀ ਦੇਣ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਹੈ। ਸ਼੍ਰੋਮਣੀ ਅਕਾਲੀ ਦਲ ਵਾਰਾਂ ਚਿੱਟਾ ਗਲੀ ਦੇ ਇੱਕ ਮੋੜ ਤੇ ਵਿਕਦਾ ਸੀ, ਅੱਜ ਗਲੀ ਦੇ 4 ਘਰਾਂ 'ਚ ਵਿਕਦਾ। ਕਾਂਗਰਸ ਨੇ ਪ੍ਰਫੁੱਲਤ ਕੀਤਾ ਇਹਨੂੰ। ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਬਾਈਬਲ ਕਲਾਂ ਕਾਂਡ ਹੋਇਆ, ਜੋ ਸਾਡੇ ਕਿਸੇ ਤੋਂ ਲੁਕਿਆ ਛਿਪਿਆ ਕੀ ਕੁਛ ਹੋਇਆ। ਕਿਉਂ ਨਹੀਂ ਬਈ ਇਹ ਸੱਤਾ ਦੇ ਵਿੱਚ ਰਹਿੰਦਿਆਂ ਹੋਇਆ ਇਹ ਕਿਉਂ ਨਹੀਂ ਦੋਸ਼ੀ ਫੜ ਸਕੇ? ਕਿਉਂ ਇਹਨਾਂ ਨੇ ਗੋਲੀ ਦਾ ਹੁਕਮ ਦਿੱਤਾ? ਰਾਮ ਰਹੀਮ ਦੇ ਜਿਹੜੇ ਫਿਲਮ ਦੇ ਪੋਸਟਰ ਸੀ ਉਹਨਾਂ ਦੇ ਉੱਤੇ ਤਾਂ ਇਹਨਾਂ ਵੱਲੋਂ ਪ੍ਰਸ਼ਾਸਨ ਅਧਿਕਾਰੀ ਲਾਏ ਗਏ, ਪੁਲਿਸ ਪ੍ਰਸ਼ਾਸਨ ਲਾਇਆ ਗਿਆ, ਕਮਾਂਡੋ ਲਾਈ ਗਈ, ਇੱਕ ਬੋਰਡ ਤੇ 10-10 ਜਾਣੇ ਲਾਏ ਗਏ ਇਹਨਾਂ ਵੱਲੋਂ। ਉਹ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਆ ਜਿਹਦੇ ਤੋਂ ਅਸੀਂ ਸੇਧ ਲੈ ਕੇ ਤੁਰਨਾ, ਜਿਹਦੀ ਸਤਰ ਛਾਇਆ ਹੇਠ ਅਸੀਂ ਪਰ ਰਹੇ ਹਾਂ, ਉਹਨੂੰ ਤੁਸੀਂ ਗਲੀਆਂ 'ਚ ਰੋਲਤਾ। ਕੀ ਨਤੀਜਾ ਨਿਕਲਿਆ? ਕਹਿੰਦੇ ਆ ਮਹਾਰਾਜ ਜੋ ਕਿਸੇ ਨੂੰ ਸਜ਼ਾ ਦੇਣ ਤੋਂ ਹੁੰਦਾ ਨਾ, ਉਦੋਂ ਕਹਿੰਦੇ ਲੱਤ ਨਹੀਂ ਮਾਰਦਾ, ਬੰਦੇ ਦੀ ਮੱਤ ਮਾਰਦਾ। ਇਹਨਾਂ ਦੀ ਮੱਤ ਮਾਰੀ, ਵਿਰੋਧੀ ਧਿਰ ਦੇ ਨੇਤਾ ਵੀ ਨਹੀਂ ਰਹਿ ਗਏ, ਵਿਰੋਧ 'ਚ ਵੀ ਨਹੀਂ ਖੜਨ ਜੋਗੇ ਰਹਿ ਗਏ। ਇਦੋਂ ਵੱਡੀ ਹੋਰ ਇਹਨਾਂ ਦੇ ਮੂੰਹ ਤੇ ਕੀ ਚਪੇੜ ਵੱਜੂਗੀ? ਅਗਲੀ ਗੱਲ ਆ ਜਾਂਦੀ ਆ ਕੈਪਟਨ ਪਰਿਵਾਰ ਦੀ। ਕੈਪਟਨ ਪਰਿਵਾਰ ਨੇ ਗੁਟਕਾ ਸਾਹਿਬ ਚੱਕਿਆ, ਕੈਪਟਨ ਸਾਹਿਬ ਨੇ ਦਮਦਮਾ ਸਾਹਿਬ ਵੱਲ ਨੂੰ ਮੂੰਹ ਕਰਕੇ 4 ਹਫ਼ਤਿਆਂ 'ਚ ਨਸ਼ਾ ਬੰਦ ਕਰਨ ਦੀ ਗੱਲ ਕੀਤੀ। ਤੁਸੀਂ ਮੇਰੀ ਸੋਸ਼ਲ ਮੀਡੀਆ 'ਤੇ ਮੇਰੀ ਦੇਖੀ ਹੋਣੀ ਹੈ ਵੀਡੀਓ। ਮਹਾਰਾਜ ਦੇ ਵਿੱਚ ਮੈਂ ਗਈ, 500 ਤੋਂ 700 ਦੇ ਕਰੀਬ ਬੰਦੇ ਆ ਜਿਹੜੇ ਉੱਥੇ ਨਸ਼ਾ ਸੇਲ ਕਰਦੇ, ਜਿਹੜਾ ਜੱਦੀ ਪਿੰਡ ਆ ਕੈਪਟਨ ਸਾਹਿਬ ਦਾ। 2500 ਦੇ ਕਰੀਬ ਨੌਜਵਾਨ ਆ ਜਿਹੜੇ ਡਰੱਗ ਅਫੈਕਟਡ ਆ ਉੱਥੇ। ਜਿਹੜਾ ਆਪਦਾ ਪਿੰਡ ਨਹੀਂ ਸੁਧਾਰ ਸਕਿਆ,
ਉਹ ਪੂਰਾ ਪੰਜਾਬ ਕਿੱਥੋਂ ਸੁਧਾਰ ਦੂਗਾ। ਤੇ ਉਹਦੇ ਮੂੰਹ ਤੇ ਵੀ ਮਹਾਰਾਜ ਨੇ ਚਪੇੜ ਵੇਖੋ ਕਿੱਡੀ ਵੱਡੀ ਮਾਰੀ, ਲਾ ਕੇ ਮਾਰਿਆ ਨਾ 1 ਮਿੰਟ 'ਚ। ਇਹ ਅਕਾਲ ਪੁਰਖ ਵਾਹਿਗੁਰੂ ਨੇ ਕੀਤਾ, ਇਹ ਉਹ ਗੁਰੂ ਗ੍ਰੰਥ ਸਾਹਿਬ। ਜੇ ਮੰਨ ਲਓ ਅਸੀਂ ਕਹਿੰਦੇ ਆ ਅਕਾਲੀ ਦਲ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਤੇ ਉਹਦਾ ਮੂਲ ਆ ਜਿਹੜਾ ਗੁਟਕਾ ਸਾਹਿਬ, ਸ਼ੁਰੂ ਕਿੱਥੋਂ ਹੁੰਦੀ ਹੈ ਬਾਣੀ? ਜਪਜੀ ਸਾਹਿਬ ਤੋਂ। ਮੂਲ ਨਿਤਨੇਮ ਜਪਜੀ ਸਾਹਿਬ ਗੁਟਕਾ ਸਾਹਿਬ ਆ ਨਾ, ਤੇ ਇਹਨੇ ਕਿਹੜਾ ਘੱਟ ਕੀਤੀ ਹੈ? ਸੋ ਇਹਨਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਮਿਲੀ ਹੈ ਤੇ ਅੱਗੇ ਮਿਲਣੀ ਵੀ ਹੈ। ਜੇ ਕੋਈ ਮੇਰੇ ਵਰਗੀ ਧੀ ਆਵਾਜ਼ ਉਠਾਉਂਦੀ ਹੈ ਤੇ ਉਹਦੇ ਤੇ ਤੁਹਾਨੂੰ ਪਤਾ ਵੀ ਆ ਕਿਸ ਤਰ੍ਹਾਂ ਦੀਆਂ ਕਮੈਂਟ ਗਿਰੀਆਂ ਕਰਦੇ ਆ। ਤੇ ਪਰ ਮੈਂ ਡਰਨ ਡਰਨ ਵਾਲੀ ਨਹੀਂ ਹੈਗੀ ਇਹਨਾਂ ਤੋਂ, ਇਹ ਤਾਂ ਇਹ ਭੁੱਲ ਜਾਣ। ਰਮਨ, ਪੰਜਾਬ ਦੇ ਬਹੁਤ ਸਾਰੇ ਪਿੰਡਾਂ 'ਚ ਗਏ ਆ, ਅਜੇ ਹੋਰ ਵੀ ਜਾਣਾ। ਨਵੇਂ ਕੈਪਸੂਲਾਂ ਦੇ ਨਾਂ ਸਾਹਮਣੇ ਆਉਂਦੇ ਨੇ ਜੀ। ਤੇ ਅਸੀਂ ਆ ਹੁਣੇ ਕੱਲ ਹੀ ਅਸੀਂ ਅਜੇ 1-2 ਦਿਨ ਪਹਿਲਾਂ ਮੁਦਕੀ ਜਿਹੜਾ ਪਿੰਡ ਹੈ ਜੀ ਅਸੀਂ ਉੱਥੇ ਜਾ ਕੇ ਆਏ ਆ। ਤੁਹਾਡੇ ਹੀ ਸਰਕਲ ਦੇ ਵਿੱਚੋਂ ਪਰਮਜੀਤ ਕੌਰ ਨੇ ਜਿਹੜੀਆਂ ਉੱਥੇ ਤਾਂ ਅਸੀਂ ਇਹ ਕਹਿ ਕੇ ਆਏ ਵੀ ਯਾਰ ਇੱਥੋਂ ਦੀਆਂ ਔਰਤਾਂ ਮਰਦਾਂ ਦੀ ਰਾਖੀ ਕਰ ਰਹੀਆਂ ਨੇ ਜੀ। ਜਿਹੜਾ ਇਹ ਮਰਦ ਪ੍ਰਧਾਨ ਜਿਹੜੇ ਮਰਦਊਪਣ 'ਚ ਫਿਰਦੇ ਨੇ ਲੋਕ, ਉਹ ਤਾਂ ਸੁੱਤੇ ਪਏ ਨੇ। ਰਾਤਾਂ ਨੂੰ ਅਸੀਂ 11-12 ਵਜੇ ਉੱਥੇ ਪਹੁੰਚੇ ਤੇ ਰਾਤ ਨੂੰ ਉਹ ਔਰਤਾਂ ਗਲੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਪਹਿਰਾ ਦੇ ਰਹੀਆਂ ਨੇ। ਇਹਨਾਂ ਹਾਲਾਤਾਂ ਬਾਰੇ ਕੀ ਕਹੋਗੇ? ਇਹ ਦੇਖ ਲਓ ਜੀ, ਆ ਮੇਰਾ ਪਿੰਡ ਅੱਧਾ ਪੌਣਾ ਕਿਲੋਮੀਟਰ ਦੂਰ ਆ ਮੇਰੇ ਤੋਂ। ਰਾਤ ਨੂੰ ਮੈਨੂੰ ਕੋਈ 12 ਵਜੇ ਵੀ ਕਾਲ ਕਰ ਦਿੰਦਾ ਨਾ ਵੀ ਪਿੰਡ 'ਚ ਚਿੱਟਾ ਵੇਚਣ ਆਇਆ, ਜਾਂ ਪਿੰਡ ਦਾ ਕੋਈ ਮੁੰਡਾ ਚਿੱਟਾ ਕਰਦਾ ਫੜਿਆ ਗਿਆ, ਮੈਂ ਇੱਥੋਂ ਉੱਠ ਕੇ ਜਾਂਦੀ ਹਾਂ, ਡਰਦੀ ਨਹੀਂ ਮੈਂ ਕਿਸੇ ਤੋਂ। ਕਿਉਂਕਿ ਵੀਰੇ ਇੱਕ ਜੰਮਣਾ ਤੇ ਮਰਨਾ ਇਹ ਅਕਾਲ ਪੁਰਖ ਵਾਹਿਗੁਰੂ ਨੇ ਆਪਦੇ ਹੱਥ ਰੱਖਿਆ। ਜੇ ਵੀ ਦੁਨੀਆ ਦੇ ਹੱਥ ਹੁੰਦਾ ਤੇ ਦੁਨੀਆ ਤਾਂ ਬੰਦੇ ਨੂੰ ਬੰਦਾ ਨਾ ਸਮਝਦੀ। ਵਾਕਿਆ ਇਹ ਗੱਲ ਸੱਚੀ ਹੈ। ਮੈਂ ਤਾਂ ਇਹਨਾਂ ਨੂੰ ਕਹਿੰਦੀ ਆ ਵੀ ਫਿਰ ਗੱਲ ਉੱਥੇ ਕਮੈਂਟਾਂ ਤੇ ਆਣ ਕੇ ਡਿੱਗ ਪੈਂਦੀ ਆ ਵੀ ਤੁਸੀਂ ਐਡੇ ਦਲੇਰ ਮਰਦ ਸੀ ਤੇ ਤੁਸੀਂ ਇੱਕ ਜਨਾਨੀ ਦੇ ਪਿੱਠ ਪਿੱਛੇ ਵਾਰ ਕੀਤਾ, ਤੁਸੀਂ ਨਸ਼ਾ ਕਿਉਂ ਨਹੀਂ ਬੰਦ ਕਰਾਉਂਦੇ? ਕਿਉਂ ਨਹੀਂ ਤੁਸੀਂ ਮਰਦ ਰੋਕਦੇ? ਇੱਥੇ ਮੁਦਕੀ ਵਾਲੀਆਂ ਕੁੜੀਆਂ ਦੇਖੋ 4-4 5-5 ਇੱਕ ਗਲੀ ਮੋੜ ਤੇ ਬਹਿੰਦੀਆਂ। ਇੱਕ ਹੀ ਉਹਨਾਂ ਨੂੰ ਸਮਝਾਇਆ ਵੀ ਪੁੱਤ ਫੁੱਲ ਸਪੋਰਟ ਆ, ਕਿਤੇ ਕੋਈ ਪਰਚਾ ਹੁੰਦਾ ਕੋਈ 3-5 ਕਰਦਾ ਅੱਧੀ ਰਾਤ ਫੋਨ ਲਾਓ ਤੁਹਾਡੇ ਮਗਰ ਖੜੀ ਆ, ਪਰ ਇਲਾਕਾ ਸੁਧਾਰਨਾ ਆਉਂਦਾ, ਅਸੀਂ ਸੁਧਾਰਨਾ। ਸਾਰੇ ਪਿੰਡਾਂ ਦੇ ਵਿੱਚ ਇਹੀ ਅਨਾਉਂਸ ਕਰਦੀ ਆ ਵੀ ਪਿੰਡਾਂ ਦੇ ਵਿੱਚ ਮਹਾਂ ਪੰਚਾਇਤਾਂ ਬਣਾ ਲਓ, 4-4 5-5 ਪਿੰਡਾਂ ਦੀ ਮੈਜੋਰਿਟੀ ਕਾਇਮ ਕਰ ਲਓ। ਹੁਣ ਕੱਲ ਮੈਨੂੰ ਫੋਨ ਆਇਆ ਸੀ, ਪਹਿਲਾਂ ਅਸੀਂ 2 ਪੰਚਾਇਤਾਂ ਬਣਾਈਆਂ ਸੀ, ਵਧੀਆ ਚੱਲ ਰਹੀਆਂ ਸੀ। ਇੱਕ ਝੋਕ ਹਰੀਅਰ ਦੀ ਤੇ ਇੱਕ ਬਣਾਈ ਸੀ ਇਹਨਾਂ ਨੇ ਕੁੱਲਗੜੀ ਵਾਲਿਆਂ ਨੇ, ਵਜੀਦਪੁਰ ਵਾਲਿਆਂ ਨੇ, ਸੌਰੀ। ਕੱਲ ਮੈਨੂੰ ਕੰਪਲੇਨ ਆਈ ਆ ਵੀ ਭੈਣ ਜੀ ਉਹਨਾਂ ਦੇ ਡਰ ਦੇ ਨਾਲ ਨਾ ਬਿਲਕੁਲ ਹੀ ਨਸ਼ਾ ਬੰਦ ਹੋ ਗਿਆ ਸੀਗਾ, ਤੇ ਕੱਲ ਪਰਸੋਂ ਤੋਂ ਨਾ ਦੁਬਾਰਾ ਨਸ਼ਾ ਤਸਕਰ ਆਉਣੇ ਸ਼ੁਰੂ ਹੋ ਗਏ ਆ। ਉਹ ਕਿਉਂਕਿ ਹੁਣ ਝੋਨੇ ਦੀ ਫਸਲ ਆ ਗਈ ਆ, ਮੁੰਡੇ ਖੇਤਾਂ 'ਚ ਬਿਜੀ ਹੋ ਗਏ ਆ, ਉਹਦਾ ਕਰਕੇ। ਤੇ ਕਹਿਣ ਦਾ ਭਾਵ ਇਹ ਆ ਵੀ ਜੇ ਤੁਸੀਂ ਔਰਤ ਦੇ ਮੋਢੇ ਨਾਲ ਮੋਢਾ ਲਾ ਕੇ ਖੜੋਗੇ ਤਾਂ ਇਹ ਨਸ਼ਾ ਤਾਂ ਕਿੱਡੀ ਕੁ ਚੀਜ਼ ਆ। ਇਹ ਨਸ਼ਾ ਖਤਮ ਕਰਨਾ ਕੋਈ ਔਖਾ ਨਹੀਂ। ਜੇ ਸਾਡੇ 2 ਸਿੰਘਾਂ ਨੇ ਮੁਗਲ ਫੌਜਾਂ ਨੂੰ ਭਾਜੜਾਂ ਪਾਤੀਆਂ ਤੇ ਅਸੀਂ ਤਾਂ ਫਿਰ ਕਈ ਹਜ਼ਾਰ ਗੁਣਾ। ਜੇ ਮਾਈ ਭਾਗ ਕੌਰ ਨੇ ਮੈਦਾਨੇ ਜੰਗ 'ਚ ਜਾ ਕੇ ਲਲਕਾਰ ਮਾਰਤੀ ਸੀ ਤੇ ਫਿਰ ਅਸੀਂ ਤਾਂ ਉਹਦੀਆਂ ਧੀਆਂ। ਵੈਸੇ ਤਾਂ ਰਮਨ ਜਿਹੜਾ ਨਸ਼ੇ ਦੀ ਦਲਦਲ ਵਿੱਚ ਹੈ, ਹਾਂਜੀ, ਕੋਈ ਪਿੰਡੀ ਬਿਰਲਾ ਹੋਊਗਾ ਜਿਹੜਾ ਬਚਿਆ ਹੋਵੇ, ਪਰ ਬਹੁਤਾ ਜਿਹੜਾ ਲੱਗ ਰਿਹਾ ਵੀ ਭਾਰਤ ਤੇ ਪਾਕਿਸਤਾਨ ਤੇ ਹੱਦਾਂ ਤੇ ਪੈਂਦੇ ਪਿੰਡ, ਉਧਰੋਂ ਪੰਜਾਬ ਤੇ ਹਰਿਆਣੇ ਦੀਆਂ ਹੱਦਾਂ ਤੇ ਪਿੰਡ, ਜਿਹੜੇ ਪਿੰਡ ਨੇ ਇੱਕ ਪੂਰੇ ਦੇਸ਼ ਦੀ, ਇੱਕ ਆਪਣੇ ਰਾਜਾਂ ਦੀ ਜਿਹੜੇ ਆਲੇ ਦੁਆਲੇ ਪਿੰਡ ਘੁੰਮਦੇ ਨੇ। ਦੇਖੋ ਵੀਰ ਜੀ, ਪਹਿਲੀ ਗੱਲ ਤਾਂ ਅਸੀਂ ਸਰਹੱਦਾਂ ਵਾਲਿਆਂ ਨੂੰ ਬਦਨਾਮ ਕਰ ਰਹੇ ਹਾਂ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਜੇ ਸਰਹੱਦਾਂ ਤੇ ਇਹ ਗੱਲ ਆ ਸਾਡੀ BSF ਕੀ ਕਰ ਰਹੀ ਆ, ਸਾਡੀ ਫੌਜ ਕੀ ਕਰ ਰਹੀ ਆ, ਸੈਂਟਰ ਗੌਰਮੈਂਟ ਨੇ ਜਿਹੜੀ ਸਾਡੀ ਇੰਨੀ ਫੌਜ ਤੈਨਾਤ ਕੀਤੀ, ਨੌਜਵਾਨ ਤੈਨਾਤ ਕੀਤੇ ਆ, ਫਿਰ ਉਹ ਇੱਕ ਚਿੱਟਾ ਦਾ ਬਾਰਡਰ ਪਾਰ ਤੋਂ ਰੋਕ ਨਹੀਂ ਸਕਦੇ, ਫਿਰ ਉਹ ਦੁਸ਼ਮਣਾਂ ਨੂੰ ਕਿਵੇਂ ਰੋਕਣਗੇ? ਇਹ ਬਹੁਤ ਵੱਡਾ ਸਵਾਲ ਆ ਇਹਨਾਂ ਲੋਕਾਂ ਤੇ। ਕਿੱਥੋਂ ਰੋਕਣਗੇ ਇਹ ਲੋਕ? ਬਿਲਕੁਲ ਗਲਤ ਗੱਲ ਆ। ਸੈਂਟਰ ਦਾ ਨਸ਼ਾ ਦੇ ਰਹੀ ਆ, ਸੈਂਟਰ ਗੌਰਮੈਂਟ ਦੇ ਰਹੀ ਆ। ਕੈਮੀਕਲ ਆ ਜਿਹੜੀਆਂ ਫੈਕਟਰੀਆਂ ਲੱਗ ਚੁੱਕੀਆਂ, ਕੈਮੀਕਲ ਨਸ਼ੇ ਨੇ। ਕੈਮਿਸਟਰੀ ਲੈਬਾਂ ਦੇ ਵਿੱਚੋਂ ਇਹ ਜਿਹੜੇ ਨਸ਼ੇ ਆ ਇਹ ਟੈਸਟਡ ਹੋ ਕੇ ਆ ਚੁੱਕੇ ਨੇ। ਪਹਿਲਾਂ ਜਦੋਂ ਚਿੱਟਾ ਆਇਆ ਸੀ ਉਦੋਂ ਕਿਉਂ ਨਹੀਂ ਯੂਥ ਮਰਿਆ? ਪਿਓਰ ਨਸ਼ੇ ਨਾਲ ਕਦੇ ਨਹੀਂ ਨਾ ਮਰੇ। ਹੁਣ ਇੱਥੇ ਸਵਾਲ ਇੱਕ ਹੋਰ ਆ ਜਾਊਗਾ ਤੁਹਾਡੇ ਕਮੈਂਟਾਂ ਦੇ ਵਿੱਚ, ਲੋਕ ਕਹਿਣਗੇ ਬੀਬਾ ਨੂੰ ਬੜਾ ਪਤਾ, ਸ਼ਾਇਦ ਇਹ ਲਾਉਂਦੀ ਰਹੀ ਹੋਣੀ।
ਪਰ ਮੈਂ ਇੱਥੇ ਉਹਨਾਂ ਲੋਕਾਂ ਨੂੰ ਦੱਸਦਾ ਵੀ DMLT BSc ਆ, ਹਿਊਮਨ ਰਿਸਰਚਿੰਗ ਆ। ਮੈਨੂੰ ਪਤਾ ਵੀ ਆਹ ਰੀਜੈਂਟ ਪਾ ਕੇ ਆਹ ਬਣਦਾ ਤੇ ਆਹ ਰੀਜੈਂਟ ਪਾ ਕੇ ਆਹ ਬਣਦਾ, ਇੰਨੀ ਕੁ ਨੌਲੇਜ ਰੱਖਦੀ ਯਾਰ ਮਨਦੀਪ ਕੌਰ। ਸੋ ਅਗਲੀ ਗੱਲ ਦੇਖੋ, ਮੋਦੀ ਨੇ ਸਾਡਾ ਜਿਹੜਾ ਸਿਸਟਮ ਆ ਸਾਰਾ, ਚਾਹੇ ਸਾਡੀਆਂ ਰੇਲ ਪੈਡੀਆਂ ਹੋਈਆਂ, ਚਾਹੇ ਸਾਡੀਆਂ ਬੰਦਰਗਾਹਾਂ ਹੋ ਗਈਆਂ, ਹਰ ਇੱਕ ਚੀਜ਼ ਨਿੱਜੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਸੌਂਪਤੀ। ਤੇ ਨਿੱਜੀ ਕਾਰਪੋਰੇਟ ਘਰਾਣਿਆਂ ਦੀ ਕਾਰਕੁਨ ਤੁਹਾਨੂੰ ਪਤਾ ਹੀ ਆ, ਪਿਛਲੇ ਦਿਨਾਂ ਦੇ ਵਿੱਚ 15,000 ਕਰੋੜ ਦਾ ਅਡਾਨੀਆਂ ਕੋਲੋਂ ਡਰੱਗ ਫੜਿਆ ਜਾਣਾ, ਤੇ ਇੱਕ ਵੀ ਸਫੇ ਦੇ ਉੱਤੇ ਇਹ ਨਾ ਆਉਣਾ ਵੀ ਅਡਾਨੀਆਂ ਦਾ ਕੋਈ ਬੰਦਾ ਅਰੈਸਟ ਆ ਜਾਂ ਅਡਾਨੀਆਂ ਦੀ ਕੋਈ ਇਨਕੁਆਰੀ ਚੱਲ ਰਹੀ ਹੈ। ਕਿਹਦੀ ਦੇਣ ਆ ਫਿਰ? ਇੱਥੇ ਅਸੀਂ ਕੀ ਸਮਝਾਂਗੇ? ਸਰਕਾਰਾਂ ਦੀ ਦੇਣ ਆ। ਕਿਉਂਕਿ ਜਿਹੜੇ ਲੋਕ ਤੀਰਾਂ ਤਲਵਾਰਾਂ ਖੰਜਰਾਂ ਨਾਲ ਨਹੀਂ ਮਰੇ, ਜਿਹੜੇ ਲੋਕ ਰਾਜਨੀਤੀ ਦੇ ਨਾਲ ਨਹੀਂ ਮਰੇ, ਉਹਨੂੰ ਇਹ 1.5 ਇੰਚ ਦੀ ਸਿਰੰਜ ਤੇ ਨੀਡਲ ਮਾਰ ਰਹੀ ਹੈ। ਆਖਰਕਾਰ ਤਾਂ ਕਿਤੇ ਨਾ ਕਿਤੇ ਪੰਜਾਬ ਦੀ ਅਣਖ ਨੂੰ ਵੰਗਾਰਿਆ ਤੇ ਲਲਕਾਰਿਆ ਜਾ ਰਿਹਾ, ਕਿਉਂਕਿ ਇਹਨਾਂ ਨੂੰ ਪਤਾ, ਤੁਸੀਂ ਦੇਖ ਲਓ ਇਤਿਹਾਸ ਗਵਾਹ, ਕਿੰਨੀਆਂ ਲੜਾਈਆਂ ਹੋਈਆਂ, ਕਿੰਨੇ ਕਮਸਾਨੀ ਯੁੱਧ ਹੋਏ, ਸਿਰਮੌਰ ਕੌਣ ਰਹੇ? ਪੰਜਾਬੀ। ਪੰਜਾਬੀਆਂ ਨੇ ਹਰ ਜਗ੍ਹਾ ਤੇ ਫਤਿਹ ਦੇ ਝੰਡੇ ਗੱਡੇ। ਜੇ ਅੱਜ ਚੀਨ ਦੇ ਬਾਰਡਰ ਤੇ ਸਾਡੇ ਪੰਜਾਬੀ ਨੌਜਵਾਨ ਲੜ ਰਹੇ ਆ, ਉੱਥੇ ਤਾਂ ਕੀ ਗੱਲ ਵੀ ਮੋਦੀ ਕਹਿੰਦਾ ਖਾਲਸੇ ਦਾ ਝੰਡਾ ਉੱਚਾ ਹੋਣਾ ਚਾਹੀਦਾ, ਇਹਨਾਂ ਨੇ ਸਾਡੀ ਜਾਨ ਬਚਾਈ ਆ। ਤੇ ਜੇ ਉਹੀ ਖਾਲਸੇ ਦਾ ਝੰਡਾ ਚੱਕ ਕੇ ਲਾਲ ਕਿਲੇ ਤੇ ਚੜ ਗਿਆ ਤੇ ਉੱਥੇ ਅਸੀਂ ਦੇਸ਼ ਧਰੋਹ ਹੋ ਗਏ। ਇਹ ਯਾਦ ਕਰਨ ਜਦੋਂ ਬਾਬਾ ਬਘੇਲ ਸਿੰਘ ਹੋਰਾਂ ਨੇ ਝੰਡਾ ਚੜਾਇਆ ਸੀ ਨਾ, ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਗਾਂਧੀ ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਚੱਲੇ ਆ। ਅੱਜ ਉਸ ਚੀਜ਼ ਨੂੰ ਵਿਵਾਦਕ ਰੂਪ ਕਿਉਂ ਦਿੱਤਾ ਜਾ ਰਿਹਾ? ਕਿਤੇ ਨਾ ਕਿਤੇ ਜਾ ਕੇ ਸਿਰਫ ਸਾਡੇ ਹੀ ਯੂਥ ਨੂੰ ਆਪਸ ਵਿੱਚ ਭੜਕਾਇਆ ਜਾ ਰਿਹਾ, ਸਾਡੇ ਯੂਥ ਨੂੰ ਦੋਫਾੜ ਕੀਤਾ ਜਾ ਰਿਹਾ, ਪਰ ਸਾਡੇ ਲੋਕ ਇਹ ਚੀਜ਼ ਸਮਝਦੇ ਨਹੀਂ। ਹੁਣ ਮੰਨ ਲਓ ਸਪੋਜ਼ ਕਰੋ ਮੈਂ ਰਮਨਦੀਪ ਕੌਰ ਹਾਂ, ਹੈ ਨਾ, ਮੇਰੀ 4 ਬੰਦਿਆਂ 'ਚ ਬਹਿਣੀ ਉੱਠਣੀ ਆ, ਮੇਰੇ ਅੰਦਰ ਇੱਕ ਈਗੋ ਆ, ਲੈ ਮੈਂ ਸਟਰਗਲ ਕੀਤਾ, ਮੈਂ ਰਮਨਦੀਪ, ਮੈਂ ਨਸ਼ੇ ਤੇ ਲੜਾਈ ਲੜ ਰਹੀ ਹਾਂ, ਮੈਂ ਕੋਈ ਉੱਠ ਕੇ ਕਿਸੇ ਨੂੰ ਬੁਲਾਵਾਂ, ਅਗਲਾ ਮੈਨੂੰ ਬੁਲਾਵੇ। ਸਾਡੇ ਸਮਾਜ ਸੇਵੀਆਂ ਦੀ ਇਹ ਰੀਤੀ ਬਣ ਗਈ। ਬੇਸ਼ੱਕ ਸਾਡੇ ਸਮਾਜ ਸੇਵੀਆਂ ਨੂੰ ਗੁੱਸਾ ਲੱਗੂਗਾ ਕਈਆਂ ਨੂੰ, ਕਈ ਸਮਾਜ ਸੇਵੀ ਆਪੇ ਨੂੰ ਭੁੱਲ ਕੇ ਬਹਿ ਗਏ ਆ, ਥੋੜਾ ਜਿਹਾ ਪਾਵਰ 'ਚ ਆ, ਮੰਡੀਰ ਸਾਡੇ ਮਗਰ ਆ, ਅਸੀਂ ਕਹਿੰਦੇ ਆ ਵੀ ਸਾਡੇ ਨਾਲ ਦਾ ਕੋਈ ਹੈ ਹੀ ਨਹੀਂ। ਉਹ ਜਿੰਨੀ ਦੇਰ ਤੱਕ ਨਾ ਆਂਦੇ ਹੁੰਦੇ ਉੱਚਾ ਉੱਠਣ ਨਾਲੋਂ ਤਾਂ ਪੁੰਜੇ ਪੈਰ ਹੀ ਚੰਗੇ ਨੇ, ਕਾਤਲ ਹੋਣ ਆਪਣੇ ਤਾਂ ਸਾਨੂੰ ਗੈਰ ਹੀ ਚੰਗੇ ਨੇ। ਸੋ ਕਹਿਣ ਦਾ ਭਾਵ ਹੈ ਇੱਥੇ ਸਾਡੇ ਆਪਦੇ ਲੀਡਰਸ਼ਿਪ ਸਾਡੀ ਕਾਤਲ ਆ, ਸਾਨੂੰ ਇਹਦੇ ਨਾਲ ਉਹ ਗੈਰ ਲੋਕ ਚੰਗੇ ਨੇ ਜਿਹੜੇ ਲੋਕ ਸਾਡੇ ਨਾਲ ਹਮਦਰਦੀ ਤਾਂ ਕਰਦੇ ਆ। ਰਵੀ ਸਿੰਘ ਖਾਲਸਾ ਏਡ ਵਾਲੇ ਹੋ ਗਏ, ਦੇਖੋ ਉਹਨਾਂ ਨੇ ਦਿੱਲੀ 'ਚ ਲੰਗਰ ਦਾ ਪ੍ਰਵਾਹ ਕਰਤਾ, ਹੜ੍ਹ ਆਏ ਉਹਨਾਂ ਨੇ ਮੱਝਾਂ ਦੇ ਲੰਗਰ ਲਾਤੇ, ਕੀ ਕੁਛ ਕਰਤਾ। ਹਉਮੈ ਮੈਂ ਤੇ ਵਕਾਰਾਂ ਤੋਂ ਰਹਿਤ ਆ ਉਹ ਬੰਦਾ, ਅਸੀਂ ਕਹਿੰਦੇ ਅੱਤਵਾਦੀ ਹੈ। ਜਿਸ ਦਿਨ ਰਮਨਦੀਪ ਕੌਰ ਘਰ ਤੋਂ ਨਿਕਲੀ ਸੀ ਕਿਸਾਨੀ ਅੰਦੋਲਨ ਦੇ ਵਿੱਚ, ਕੁੰਡਲੀ ਮੋਰਚੇ ਸਭ ਤੋਂ ਪਹਿਲੀ ਬੈਰੀਗੇਟਿੰਗ ਤੋੜਨ ਵਾਲੀ ਮੈਂ ਮਾਲਵੇ ਦੀ ਧੀ ਸੀ। ਘਰੋਂ ਇੱਕ ਦਿਨ ਦਾ ਕਹਿ ਕੇ 26 ਦਿਨਾਂ ਬਾਅਦ ਘਰੇ ਆਣ ਕੇ ਬੱਚੇ ਵੇਖੇ। 3.5 ਮਹੀਨੇ ਦਾ ਮੇਰਾ ਪ੍ਰੋਸੈਸ ਹੈ ਉੱਥੋਂ ਦਾ। ਡਾਂਗ ਵੀ ਵਰੀ ਮੇਰੇ ਤੇ, ਜਿਹੜਾ 26 ਜਨਵਰੀ ਵਾਲਾ ਮੰਜ਼ਰ ਆ ਉਹ ਮੇਰੇ ਅੱਖਾਂ ਵਿੱਚ ਦੀ ਨਹੀਂ, ਮੇਰੇ ਹੱਥਾਂ ਵਿੱਚ ਦੀ ਵੀ ਲੰਘਿਆ। ਬੜਾ ਕੁਛ ਹੋਇਆ ਉਸ ਦਿਨ ਮੇਰੇ ਨਾਲ। ਸੋ ਕਹਿਣ ਦਾ ਭਾਵ ਇਹੀ ਆ ਕਿ ਅਸੀਂ ਕਹਿੰਦੇ ਆ ਭਗਤ ਸਿਉਂ ਜੰਮੇ, ਪਰ ਜੰਮੇ ਗਵਾਂਢੀਆਂ ਦੇ ਘਰੇ। ਅਸੀਂ ਇਹ ਨਹੀਂ ਕਹਿੰਦੇ ਭਗਤ ਸਿਉਂ ਮੈਂ ਬਣਾ ਜਾਂ ਮੇਰਾ ਪੁੱਤ ਬਣੇ, ਕਿਉਂ ਨਹੀਂ ਕਹਿੰਦੇ ਅਸੀਂ? ਫਿਰ ਉਹ ਭਗਤ ਸਿੰਘ ਤਾਂ 23 ਸਾਲ ਦਾ ਨੌਜਵਾਨ ਉੱਠਿਆ ਸੀ, ਉਹਨੇ ਤਾਂ ਆਜ਼ਾਦੀ ਲਿਆਤੀ ਸੀ, ਸਾਡੇ ਤੋਂ ਸਾਂਭੀ ਨਹੀਂ ਗਈ। ਰਮਨ, ਜਿਹੜੇ ਕੰਮ ਅੱਜ ਰਮਨ ਕਰ ਰਹੀ ਹੈ, ਜਿਹੜੇ ਕੰਮ ਅੱਜ ਪਰਮਜੀਤ ਕੌਰ ਨੂੰ ਕਰਨੇ ਪੈ ਰਹੇ ਨੇ, ਇਹ ਕੰਮ ਅਸੀਂ ਪਿੰਡਾਂ ਦੇ ਵਿੱਚ ਸਰਪੰਚ ਚੁਣਦੇ ਆ ਜੀ, ਪਰ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਵੀ ਜਿਹੇ ਨੇ। ਅਸੀਂ ਇੱਕ ਸਰਪੰਚ ਨੂੰ ਮਿਲੇ, ਪਿੰਡ ਦੇ ਵਿੱਚ ਇੱਕ ਨੌਜਵਾਨ ਮੈਂਬਰ ਨੇ ਖੜੇ ਹੋ ਕੇ ਬੋਲਿਆ ਵੀ ਹਾਂ ਪਿੰਡ 'ਚ ਨਸ਼ਾ ਵਿਕਦਾ, ਅਸੀਂ ਨਸ਼ਾ ਹਟਾਉਣਾ, ਤੇ ਸਰਪੰਚ ਤੱਕ ਪਹਿਲ ਕਦਮੀ ਕੀਤੀ। ਸਰਪੰਚ ਨੂੰ ਮਿਲੇ ਜਾ ਕੇ, ਸਰਪੰਚ ਉਸ ਪਿੰਡ ਸਰਬਸੰਮਤੀ ਹੋਈ ਹੈ। ਅੱਛਾ, ਜਦੋਂ ਸਾਰਾ ਪਿੰਡ ਸਰਬਸੰਮਤੀ ਕਰਨ ਵਾਲੇ ਪਾਸੇ ਤੁਰ ਗਿਆ, ਇਹਦਾ ਮਤਲਬ ਪਿੰਡ ਦੇ ਲੋਕ ਚੰਗੇ ਨੇ, ਚੰਗੇ ਨੇ। ਸਾਰੇ ਪਿੰਡ ਨੇ ਸਹਿਮਤੀ ਕਰਕੇ ਸਰਬਸੰਮਤੀ ਨਾਲ ਸਰਪੰਚ ਚੁਣਤਾ। ਪਰ ਉਹ ਸਰਪੰਚ ਹੀ ਕਹਿ ਰਿਹਾ, ਕਹਿੰਦਾ ਲੋਕ ਨਹੀਂ ਤੁਰਦੇ ਮੇਰੇ ਨਾਲ, ਕਹਿੰਦਾ ਮੈਂ ਤਾਂ ਜਵਾਕ ਪਾਲਣੇ ਆ, ਕਹਿੰਦਾ ਮੇਰੇ 2 ਸਾਲ ਰਹਿ ਗਏ, ਕਹਿੰਦਾ ਇਹੋ ਜਿਹੇ ਸਰਪੰਚਾਂ ਬਾਰੇ ਕੀ ਕਹੋਗੇ?
ਮੈਂ ਤਾਂ ਕਹਿੰਦੀ ਉਹ ਪਿੰਡ ਨੂੰ ਨਾਲ ਦੀ ਨਾਲ ਮਤਾ ਪਾ ਕੇ ਗ੍ਰਾਮ ਸਭਾ ਬੁਲਾਉਣੀ ਚਾਹੀਦੀ ਸੀ। ਗ੍ਰਾਮ ਸਭਾ ਬੁਲਾ ਕੇ ਮਤਾ ਪਾ ਕੇ ਦੇ ਜੇ ਸਰਪੰਚ ਨੂੰ ਲਾਉਣਾ ਚਾਹੀਦਾ ਸੀ ਅਹੁਦੇ ਤੋਂ। ਮੈਂ ਵੀਰ ਜੀ ਇਹ ਵੀ ਬਹੁਤ ਟੱਕਰ ਮਾਰੀ ਸੀ। ਸਾਡੇ ਪਿੰਡ ਕਮੇਟੀ ਬਣਾਈ, ਮੈਂ ਪਹਿਲਾਂ ਸਰਪੰਚ ਨੂੰ ਵਿੱਚ ਰੱਖਿਆ ਵੀ ਪਿੰਡ ਦਾ ਨੁਮਾਇੰਦਾ ਤੈਨੂੰ ਚੁਣਿਆ, ਤੇਰਾ ਫਰਜ਼ ਬਣਦਾ ਪਿੰਡ 'ਚ ਚੱਲ ਨਾਲ ਉਹਨੂੰ ਲਿਆ ਸੀ। ਦੂਸਰੀ ਗੱਲ ਇਹ ਹੈ ਵੀਰੇ, ਮੈਂ ਤਾਂ ਇੱਕ ਗੱਲ ਕਹਿੰਦੀ ਹੁੰਦੀ ਆ ਵੀ ਜੇ ਲੀਡਰ ਹੋ ਗਏ ਨਾ ਉਹੋ ਜਿਹੇ ਹੋ ਜੋ ਪਿੰਡਾਂ ਵਾਲੇ। ਜੇ ਤਾਂ ਅਕਾਲੀ ਦਲ ਦੀ ਸਰਕਾਰ ਆ, ਸਹਿਮਤੀ ਨਾਲ ਅਕਾਲੀ ਦਲ ਦਾ ਸਰਪੰਚ ਬਣਾ ਦਿਓ। ਜਿਵੇਂ ਲੀਡਰ ਆਪਦੇ ਘਰਾਂ ਨੂੰ ਢੋ ਰਹੇ ਆ, ਕਮ ਸੇ ਕਮ ਤੁਸੀਂ ਪਿੰਡ ਦੀ ਲੁਹਾਰਤਾ ਬਦਲੋ। ਜੇ ਕਾਂਗਰਸ ਦਾ ਬੰਦਾ ਤਾਂ ਤੁਸੀਂ ਚੁੱਪ ਕਰਕੇ ਕਾਂਗਰਸ ਦਾ ਬਣਾ ਲਓ। ਤੁਸੀਂ ਪਿੰਡ ਲੈਵਲ ਤੇ ਧੜੇਬਾਜ਼ੀਆਂ ਨਾ ਬਣਾਓ। ਜਿਹਦੇ ਤੁਹਾਡੇ ਪਿੰਡ 'ਚੋਂ ਧੜੇਬਾਜ਼ੀਆਂ ਖਤਮ ਹੋ ਗਈਆਂ, ਭਾਈਚਾਰਕ ਸਾਂਝ ਆ ਗਈ, ਮੈਂ ਲਿਖ ਕੇ ਦਿੰਨੀ ਆ, ਲੈ ਉਸ ਪਿੰਡ ਦਾ ਕੋਈ ਨੌਜਵਾਨ ਨਸ਼ਾ ਕਰ ਜੇ। ਕਿਉਂਕਿ ਨੌਜਵਾਨ ਨੂੰ ਪਤਾ ਹੋਊਗਾ, ਡਰ ਹੋਊਗਾ ਵੀ ਮੇਰਾ ਪਿੰਡ ਇੱਕ ਪਾਸੇ ਆ, ਜਿੱਦੇ ਮੈਂ ਕੁਛ ਕਰਕੇ ਆ ਗਿਆ ਪੂਰਾ ਪਿੰਡ ਫੜੂਗਾ। ਹੁਣ ਅਸੀਂ ਜਿਹੜਾ ਮਤਾ ਪਾਇਆ ਆਪਦੇ ਪਿੰਡ ਦਾ, ਅਸੀਂ ਇਹ ਮਤਾ ਪਾਇਆ ਵੀ ਜੇ ਕੋਈ ਨੌਜਵਾਨ ਨਸ਼ਾ ਕਰਦਾ ਜਾਂ ਕੋਈ ਨੌਜਵਾਨ ਨਸ਼ਾ ਵੇਚਦਾ ਫੜਿਆ ਜਾਂਦਾ, ਕਮੇਟੀ ਉਹਨੂੰ ਫੜੂਗੀ, ਪਿੰਡ ਦੀ ਸੱਥ ਦੇ ਵਿਚਾਲੇ ਲੈ ਕੇ ਆਊਗੀ, ਉਹ ਇੱਥੇ ਜਵਾਬਦੇਹ ਹੋਊਗਾ। ਇੱਕ ਉਹਨੂੰ ਮੌਕਾ ਦਿੱਤਾ ਜਾਊਗਾ, ਦੂਜੀ ਵਾਰੀ ਬਣਦੀ ਉਹ ਤੇ ਕਾਰਵਾਈ ਕੀਤੀ ਜਾਊਗੀ। ਕਾਰਵਾਈ ਅਸੀਂ ਪ੍ਰਸ਼ਾਸਨ ਤੋਂ ਨਹੀਂ ਕਰਾਵਾਂਗੇ, ਅਸੀਂ ਆਪ ਕਰਾਂਗੇ, ਕਿਉਂਕਿ ਪ੍ਰਸ਼ਾਸਨ ਤੇ ਸਾਨੂੰ ਯਕੀਨ ਨਹੀਂ। ਪ੍ਰਸ਼ਾਸਨ ਨਾ ਕੁਛ ਕਰ ਰਿਹਾ, ਨਾ ਪ੍ਰਸ਼ਾਸਨ ਨੇ ਕੁਛ ਕਰਨਾ। ਅਗਲੀ ਗੱਲ, ਜਿਹੜਾ ਵੀ ਸਾਡੇ ਪਿੰਡ ਦਾ ਬੰਦਾ ਨਸ਼ਾ ਤਸਕਰ ਫੜੇ ਦੀ ਜ਼ਮਾਨਤ ਕਰਾਉਣ ਗਿਆ, ਉਹਨੂੰ ਪਿੰਡ ਦੀ ਸੱਥ ਦੇ ਵਿਚਾਲੇ ਖੜਾ ਕੀਤਾ ਜਾਊਗਾ, ਸਵਾਲ ਜਵਾਬ ਕੀਤੇ ਜਾਣਗੇ। ਉਸ ਬੰਦੇ ਨੂੰ ਜਿਹੜੀ ਸਜ਼ਾ ਉਹ ਵੀ ਪਿੰਡ ਦੀ ਸੱਥ 'ਚ ਦਿੱਤੀ ਜਾਊਗੀ। ਵੀ ਜੇ ਕੋਈ ਬੰਦਾ ਮਗਰ ਜ਼ਮਾਨਤ ਕਰਾਉਣ ਵੀ ਜਾਂਦਾ, ਸਾਰਿਆਂ ਨੇ ਗੁਰਦੁਆਰਾ ਸਾਹਿਬ ਜਾ ਕੇ ਸਹੁੰ ਖਾਧੀ, ਗੁਰਦੁਆਰਾ ਸਾਹਿਬ 'ਚ ਬਹਿ ਕੇ ਗੱਲ ਹੋਈ ਹੈ। ਸੋ ਹਰ ਇੱਕ ਪਿੰਡ ਨੂੰ ਅਵੇਅਰ ਹੋਣਾ ਪਊਗਾ, ਹੰਭਲਾ ਮਾਰਨਾ ਪਊਗਾ, ਉੱਠਣਾ ਪਊਗਾ। ਤੇ ਜੇ ਅਸੀਂ ਕਹਿ ਦਈਏ ਜੀ 2022 ਦਾ ਇਲੈਕਸ਼ਨ ਨੇੜੇ ਆ ਗਿਆ ਤੇ ਬੀਬੀਆਂ ਤੋਂ ਸੂਟ ਪ੍ਰੈਸ ਕਰਾ ਰੱਖ ਲਈਏ, ਅਕਾਲੀ ਕਹਿਣ ਵੀ ਅਸੀਂ ਕਾਲੀਆਂ ਵਾਲੀ ਗੱਡੀ 'ਚ ਚੜ੍ਹਨਾ ਤੇ ਕਾਂਗਰਸੀ ਕਹਿਣ ਅਸੀਂ ਕਾਂਗਰਸੀਆਂ ਵਾਲੀ 'ਚ ਚੜ੍ਹਨਾ, ਤੇ ਫਿਰ ਤਾਂ ਪਿੰਡਾਂ ਦੇ ਬੇੜੇ ਗਰਕ ਆ। ਫਿਰ ਚੁੱਪ ਕਰਕੇ ਆਪ ਲਿਆਣ ਕੇ ਨਸ਼ਾ ਦਿਆ ਕਰੋ, ਮਰਦੇ ਆ ਤਾਂ ਫਿਰ ਮਰੀ ਜਾਣ। ਸਾਡੇ ਪਿੰਡ 'ਚ ਮੈਂ ਇਹ ਗੱਲ ਕਹੀ ਆ, ਜਾਂ ਤਾਂ ਪਿੰਡ 'ਚੋਂ ਨਸ਼ਾ ਖਤਮ ਕਰ ਲਓ, ਨਹੀਂ ਜੇ ਕਿਸੇ ਬੰਦੇ ਨੇ ਕੋਈ ਨੌਜਵਾਨ, ਰੱਬ ਨਾ ਕਰੇ ਖੁਦਾ ਦਾ ਖਾਸਤਾ ਕੁਛ ਹੋ ਜੇ, ਕਿਸੇ ਬੰਦੇ ਨੇ ਕਿਹਾ ਡਰੱਗ ਓਵਰਡੋਜ਼ ਦੇ ਨਾਲ ਕੋਈ ਮੁੰਡਾ ਮਰ ਗਿਆ, ਤੇ ਜੇ ਕਿਸੇ ਨੇ ਉਹ ਰੌਲਾ ਪਾਇਆ ਨਾ, ਤੇ ਮੈਂ ਤੁਹਾਡੇ ਖਿਲਾਫ ਖੜੀ ਹੋਊਂਗੀ ਆ ਕੇ। ਕਿਉਂ ਅੱਜ ਮੈਂ ਰੌਲਾ ਪਾ ਰਹੀ ਹਾਂ, ਕਿਉਂ ਨਹੀਂ ਤੁਰਦੇ ਤੁਸੀਂ ਲੋਕ? ਪਰ ਮੇਰੇ ਇੱਕ ਹਲੂਣੇ ਦੇ ਨਾਲ ਉਹ ਲੋਕ ਉੱਠੇ, ਬੀਬੀਆਂ ਉੱਠੀਆਂ, ਭਰਾ ਉੱਠੇ। ਚੰਗੀ ਗੱਲ ਆ, ਉੱਠਣਗੇ। ਦੇਖੋ ਮੇਰੇ ਪੁੱਤ ਨੇ ਤਾਂ ਹਜੇ ਜਾ ਕੇ 20 ਸਾਲਾਂ ਨੂੰ ਜਵਾਨ ਹੋਣਾ। ਜਿਹੜੇ ਅੱਜ ਜਵਾਨੀ ਦੀ ਦਹਲੀਜ਼ ਤੇ ਬੱਚੇ, ਤਾਂ ਉਹ ਬਚਾਉਣ ਦੀ ਲੋੜ ਆ। ਅਗਲੀ ਗੱਲ ਇਹ ਆ ਵੀ ਪੂੰਜੀ ਮੇਰੇ ਕੋਲੇ ਨਹੀਂ ਭਰਾ ਮੇਰਿਆ ਹੈਗੀ। ਜੇ ਮੇਰੇ ਕੋਲੇ ਪੂੰਜੀ ਹੁੰਦੀ ਨਾ, ਤੇ ਜਿਵੇਂ ਰਮਨਦੀਪ ਕੌਰ ਨੇ ਲੜਾਈ ਲੜੀ ਹੈ, ਮੇਰੀ ਸੋਚ ਇਹ ਸੀ ਵੀ ਮੈਂ ਇੱਕ ਕਾਉਂਸਲਿੰਗ ਸੈਂਟਰ ਬਣਾਉਂਗੀ, ਜਿਹਦੇ ਵਿੱਚ ਦਿਨੇ ਦਿਨੇ ਮੈਂ ਕਾਉਂਸਲਿੰਗ ਕਰਿਆ ਕਰਨੀ। ਅੱਜ ਦੇਖੋ ਰੇਪ ਕੇਸ ਹੋ ਰਹੇ ਆ, ਜਿਹਦਾ ਕੀ ਮੁੱਖ ਕਾਰਨ ਕੀ ਆ? ਨਸ਼ਾ। ਕੁੜੀਆਂ ਮੁੰਡੇ ਘਰਾਂ ਤੋਂ ਭੱਜ ਰਹੇ ਆ, ਕੀ ਮੁੱਖ ਕਾਰਨ ਆ? ਨਸ਼ਾ। ਫਿਜ਼ੀਕਲ ਐਜੂਕੇਸ਼ਨ ਦੀ ਘਾਟ, ਕਿਉਂਕਿ ਅਸੀਂ ਅਵੇਅਰ ਹੀ ਨਹੀਂ ਕਰ ਸਕੇ ਸਾਡੇ ਯੂਥ ਨੂੰ। ਗੋਰੇ ਸਾਡੇ ਨਾਲੋਂ ਫਾਰਵਰਡ ਕਿਉਂ ਆ? ਅਰਬ ਕੰਟਰੀਆਂ ਸਾਡੇ ਨਾਲੋਂ ਅੱਗੇ ਕਿਉਂ ਚੱਲ ਰਹੀਆਂ? ਕਿਉਂਕਿ ਉੱਥੇ ਲੋਕਾਂ ਨੂੰ ਉਹ ਚੀਜ਼ ਪੜ੍ਹਾਈ ਗਈ ਆ, ਸਿਖਾਈ ਗਈ ਆ, ਦੱਸੀ ਗਈ ਆ। ਉਹ ਲੋਕ 18 ਸਾਲ ਤੱਕ ਆਪਦੀ ਉਹ ਚੀਜ਼ ਨੂੰ ਦੇਖਦੇ ਆ, ਉਸ ਤੋਂ ਬਾਅਦ ਉਹ ਚੰਗੇ ਬਿਜ਼ਨਸਮੈਨ ਬਣਦੇ ਆ, ਸਫਲ ਵਿਗਿਆਨੀ ਬਣਦੇ ਆ। ਸਾਡੇ 18 ਸਾਲ ਤੱਕ ਤਾਂ ਨਾ, ਪਹਿਲੀ ਗੱਲ ਸਾਨੂੰ ਕਹਿ ਦਿੰਦੇ ਜੇ ਕੋਈ ਫੋਟੋ ਵੀ ਆ ਗਈ ਵੀ ਇਹਨੂੰ ਬੰਦ ਕਰੋ, ਇਹ ਵੇਖਣੀ ਨਹੀਂ। ਕੁੜੀਆਂ ਨੂੰ ਕਹਿ ਦਿੰਦੇ ਤੂੰ ਟੇਢਾ ਸਿਰ ਵਾਇਆ, ਤੂੰ ਸਿੱਧਾ ਸਿਰ ਵਾਇਆ, ਤੂੰ ਚੀਰਨੀ ਹੈ ਗੱਲ। ਉਹ ਇਹਨਾਂ ਰੋਕਾਂ ਦੇ ਨਾਲੋਂ ਤੁਸੀਂ ਉਹਨਾਂ ਬੱਚਿਆਂ ਨੂੰ ਅਵੇਅਰ ਕਰੋ, ਆਹ ਲਾਭ ਆ ਤੁਹਾਡੇ ਲਈ, ਆਹ ਹਾਨੀਆਂ ਪੁੱਤ, ਆਹ ਦੋ ਰਾਹ ਜਾਂਦੇ ਆ, ਤੂੰ ਕਿਹੜਾ ਰਾਹ ਚੁਣਨਾ। ਸੋ ਕਿਤੇ ਨਾ ਕਿਤੇ ਜਾ ਕੇ ਭਰਾ ਮੇਰਾ ਪੂਰਾ ਸਿਸਟਮ ਹੀ ਕਰਪਟ ਆ। ਸਿਸਟਮ ਬਦਲਣਾ ਪਊਗਾ। ਸਿਸਟਮ ਤਾਂ ਬਦਲਣਾ ਪਊਗਾ, ਦੇਖੋ ਆਵਾਮ ਕਦੇ ਆਪਣੇ ਆਪ ਨਹੀਂ ਆਉਂਦੀ, ਲਿਆਉਣੀ ਪੈਂਦੀ ਆ। ਅੰਦੋਲਨ ਕਦੇ ਮਾਂ ਦੇ ਪੇਟ ਚੋਂ ਨਹੀਂ ਬਣਦੇ, ਅੰਦੋਲਨ ਵੀ ਸਿਖਰਾਂ ਤੇ ਪਹੁੰਚਾਉਣੇ ਪੈਂਦੇ ਆ। ਅੱਜ ਜੇ ਕਿਸਾਨੀ, ਤੁਹਾਨੂੰ ਇੱਕ ਚੀਜ਼ ਮੈਂ ਹੋਰ ਦੱਸ ਦਿੰਦੀ, ਮੈਂ ਆਪ ਅੰਕੜੇ ਕੱਢੇ ਇਸ ਚੀਜ਼ ਦੇ। ਜੋ ਕਿਸਾਨੀ ਅੰਦੋਲਨ ਹੋ ਚ ਆਇਆ, ਯੂਥ ਨਸ਼ਾ ਹੀ ਭੁੱਲ ਗਿਆ ਸੀ। ਯੂਥ ਨੂੰ ਨਸ਼ਾ ਚਾਹੀਦਾ। ਜੇ ਤੁਸੀਂ ਚੰਗੇ ਗੁਣਾਂ ਦਾ ਦਿਓਗੇ, ਯੂਥ ਕਿਉਂ ਮਾੜਿਆਂ ਵਾਲੇ ਪਾਸੇ ਜਾਊਗਾ? ਯੂਥ ਸਾਰਾ ਉੱਥੇ ਚਲਾ ਗਿਆ।
ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਨਾ, ਨਸ਼ੇ ਕੁੱਲ ਜਹਾਨ ਦੇ ਉੱਤਰ ਜਾਣ ਪ੍ਰਭਾਤ, ਨਾਮ ਖਮਾਰੀ ਨਾਨਕਾ ਚੜੀ ਰਵੇ ਦਿਨ ਰਾਤ। ਜੇ ਚੰਗੇ ਗੁਣਾਂ ਦੇ ਤੁਸੀਂ ਨਸ਼ੇ ਕਰੋਗੇ, ਉਹ ਦਿਨ ਰਾਤ ਤੁਹਾਨੂੰ ਸਰੂਰ ਦੇਣ। ਹੁਣ ਰਮਨਦੀਪ ਕੌਰ ਆ, ਰਮਨਦੀਪ ਕੌਰ ਕਹਿੰਦਾ ਵੀ ਤੜਕੇ ਹੀ ਕੁਛ ਖਾ ਕੇ ਨਿਕਲਦੀ ਹੈ। ਇੱਕ ਨਸ਼ਾ ਕੀ ਆ? ਚੰਗੇ ਲੋਕਾਂ ਨੂੰ ਮਿਲਣਾ। ਜੇ ਮੇਰੇ ਕਹਿਣ ਤੇ ਇੱਕ ਪਿੰਡ ਦਾ ਇੱਕ ਨੌਜਵਾਨ ਵੀ ਸੁਧਰਦਾ, ਮੇਰਾ ਮਨੁੱਖਾ ਜਨਮ ਸਫਲ ਆ, ਦੁਨੀਆ ਤੇ ਆਉਣਾ ਸਫਲ ਆ ਮੇਰਾ। ਹਾਂਜੀ ਦੋਸਤੋ, ਤੁਸੀਂ ਸੁਣਿਆ ਰਮਨਦੀਪ ਕੌਰ ਮਰਖਾਈ ਨੂੰ। ਮੇਰੇ ਵਤਨ ਦੇ ਲੋਕੋ, ਪੰਜਾਬ ਦੇ ਲੋਕੋ, 2022 ਦੀਆਂ ਚੋਣਾਂ ਤੁਹਾਡੇ ਸਿਰ ਤੇ ਆਣ ਖੜੀਆਂ ਨੇ। ਇਹਨਾਂ ਲੀਡਰਾਂ ਨੇ ਤੁਹਾਡੇ ਘਰਾਂ ਤੱਕ ਆਉਣਾ ਹੈ, ਤੁਹਾਡੇ ਮੁਹੱਲਿਆਂ ਤੱਕ ਆਉਣਾ ਹੈ। ਚੇਤਨ ਹੋ ਜਾਓ, ਸਿਆਣੇ ਹੋ ਜਾਓ, ਆਪਣੇ ਸਵਾਲ ਲੈ ਕੇ ਉਹਨਾਂ ਚੌਂਕਾਂ ਵਿੱਚ ਖੜੇ ਹੋ ਜਾਓ। ਅਸੀਂ ਗੱਲ ਕਰੀ ਸੀ ਸਰਪੰਚ ਦੀ। ਪਿੰਡਾਂ ਵਿੱਚ ਚੁਣੇ ਹੋਏ ਸਰਪੰਚੋ, ਮੈਂਬਰੋ ਤੇ ਮੋਹਤਬਰੋ, ਖਾਸ ਕਰ ਉਹ ਲੋਕ ਜਿਹੜੇ ਸਰਬਸੰਮਤੀ ਨਾਲ ਚੁਣੇ ਹੋਏ ਨੇ। ਸਾਰਾ ਪਿੰਡ ਤੁਹਾਡੇ ਨਾਲ ਖੜਿਆ ਸੀ। ਜੇ ਤੁਸੀਂ ਚੰਗੇ ਅਗਵਾਈ ਕਰਤਾ ਬਣੋਗੇ ਤੇ ਸਾਰਾ ਪਿੰਡ ਖੜੂਗਾ ਵੀ। ਜੇ ਇਹ ਸੋਚਦੇ ਹੋ ਕਿ ਬਗਾਨੇ ਘਰ ਵਿੱਚ ਅੱਗ ਲੱਗੀ ਹੈ ਤਾਂ ਉਸ ਦੀ ਚਿੰਗਾਰੀ ਤੁਹਾਡੇ ਘਰ ਵੀ ਡਿੱਗ ਸਕਦੀ ਹੈ। ਆਓ ਲੱਗੀ ਨਜ਼ਰ ਪੰਜਾਬ ਨੂੰ ਕੋਈ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕਾਲੀਆਂ ਇਹਦੇ ਸਿਰ ਤੇ ਉਬਾਰੋ। ਆਓ ਸਾਡੇ ਪੰਜਾਬ ਨੂੰ ਬਚਾਈਏ ਤੇ ਇਹਨਾਂ ਜੁਮਲੇਬਾਜ਼ ਲੀਡਰਾਂ ਨੂੰ ਆਪਣੇ ਧੀ ਪੁੱਤ ਬਚਾਉਣ ਦੇ ਲਈ ਕਿ ਸਾਡੀ ਮਾਂ ਕੋਈ ਆਪਣੇ ਜਵਾਨ ਪੁੱਤ ਦੀ ਲਾਸ਼ ਤੇ ਬੈਣ ਨਾ ਪਾਵੇ। ਇਹ ਜੰਗ ਲੰਬੀ ਜ਼ਰੂਰ ਹੈ ਪਰ ਅਸੰਭਵ ਨਹੀਂ ਹੈਗੀ। ਇਹ ਜੰਗ ਸਾਨੂੰ ਖੁਦ ਨੂੰ ਲੜਨੀ ਪਏਗੀ। ਇਹ ਸਾਨੂੰ ਆਪਣੇ ਆਪ ਮੈਦਾਨ ਵਿੱਚ ਉਤਰਨਾ ਪਏਗਾ। ਆਓ ਏਕਤਾ ਦਾ ਝੰਡਾ ਬੁਲੰਦ ਕਰੀਏ। ਸੋ ਬਣੇ ਰਹੋ ਦਾ ਖਾਲਸ ਟੀਵੀ ਦੇ ਨਾਲ, ਸੁੱਖੀ ਮੰਘਾਣੀਆਂ ਦੇ ਨਾਲ। ਹਰਭਜਨ ਸਿੰਘ, ਸ਼ੁਕਰੀਆ।